स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅਵਾਰਾ ਮੌਤ ਘੁੰਮ ਰਹੀ ਹੈ ਸੜਕਾਂ ਤੇ ਕਿਸੇ ਵੇਲੇ ਵੀ ਤੁਸੀਂ ਵੀ ਸ਼ਿਕਾਰ ਹੋ ਸਕਦੇ ਹੋ। ਸਰਕਾਰੇ ਦੁਬਾਰੇ ਬੜੀਆਂ ਅਰਜ਼ੋਈਆਂ ਕੀਤੀਆਂ ਗਈਆਂ, ਅਖਬਾਰਾਂ ਦੇ ਵਿੱਚ ਸੁਰਖੀਆਂ ਵੀ ਲੱਗੀਆਂ, ਨਿਊਜ਼ ਚੈਨਲਾਂ ਤੇ ਵੀ ਹੈਡਲਾਈਨਸ ਬਣੀਆਂ, ਪਰ ਲੱਗਦਾ ਕਿ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਰੇਂਗ ਰਹੀ ਔਰ ਲਗਾਤਾਰ ਮੌਤਾਂ ਹੋ ਰਹੀਆਂ ਨੇ ਅਵਾਰਾ ਜਾਨਵਰਾਂ ਕਰਕੇ। ਜੋ ਤੁਸੀਂ ਘਰੋਂ ਨਿਕਲਦੇ ਹੋ ਸ਼ਾਮ ਨੂੰ ਪਤਾ ਨਹੀਂ ਹੁੰਦਾ ਕਿ ਸੁੱਖ ਸ਼ਾਂਤੀ ਤੁਸੀਂ ਘਰ ਪਹੁੰਚੋਗੇ ਕਿ ਨਹੀਂ ਪਹੁੰਚੋਗੇ। ਅਜਿਹੇ ਹਾਲਾਤ ਬਣ ਚੁੱਕੇ ਨੇ। ਇਹ ਹਾਲਾਤ प्रमुख शहरों के हालात ने, पटियाला, जलंधर, अमृतसर, मोहाली, ये सारे पासे ये चीज़ां हो रही ने। जो सरकार नूं पुछीदा, प्रशासन नूं पुछीदा तो वो ये कह के पल्ला झाड़ दिंदे ने कि पता ही नहीं रातों रात ये जानवर कित्थों आ जाते हैं। हालांकि सैस साडी जेब दे विचों जांदा है, इन्हां दी देखभाल दे लई पैसे भी साडे तो लैंदे ने, उस दे बावजूद भी इन्हां दी देखभाल नहीं कीती जांदी। वैसे तो जिम्मेवारी सरकार दी है कि सरकार सब कुछ देखे, पर उस दे बावजूद जो पैसे भी साडे तो तुसीं लै रहे हो, घट्टो घट्ट तां रख रखाव कर लो। मामला हुण अदालत दे विच जा पुज्जिआ ते पटियाला दे मेयर ते कमिश्नर नूं समन तक जारी कर दित्ते गए ने, नोटिस जारी कर दित्ता गया कि तुसीं पहुंचो इत्थे, क्योंकि जिम्मेवारी प्रशासन दी सी, उस जिम्मेवारी तुसीं नहीं निभाई ते इस करके लोग हुण सड़कां ते खुद उतरन दे लई बेचैन ने। संगरूर दे विच पक्का धरना लग गया कि जद तक ये समस्या हल नहीं हुंदी तद तक साडा धरना जारी रहेगा। आखिरकार इन्नी वड्डी समस्या बन क्यों गई? जिम्मेवारी किसदी है? कि सिर्फ प्रशासन ते सरकार की जिम्मेवारी है या साडे सब दी ये जिम्मेवारी है? इसे ते विचार चर्चा लैके हाजिर हुए हैं। सब तो पहला जान पछाण करा दी मेहमानां दे नाल। एडवोकेट अमरदीप सिंह धारनी साहब मौजूद ने, बुलार ने श्रोमणी अकाली दल दे, इकबाल सिंह जी बुलार ने आम आदमी पार्टी दे, डॉक्टर प्यारेलाल गर्ग साहब सियासी माहिर ने, सुभाष चावला जी साबका मेयर ने चंडीगढ़ दे, विजेता महाजन जी जनरल सकत्तर ने गऊग्रास सेवा समिति मोहाली दे। बहुत बहुत स्वागत है सारे मेहमानों का। मैं शुरुआत चावला साहब तुहाडे तो ही करांगा, क्योंकि ਜਦੋਂ ਵੀ ਇਸ ਸਾਰੇ ਮਾਮਲੇ ਨੂੰ ਦੇਖਦੇ ਹਾਂ ਤਾਂ ਸਭ ਤੋਂ ਪਹਿਲੀ ਨਜ਼ਰ ਸਾਡੀ ਜਾਂ ਤਾਂ ਨਗਰ ਪਾਲਿਕਾ ਤੇ ਜਾਂਦੀ ਹੈ ਜਾਂ ਨਗਰ ਨਿਗਮ ਤੇ ਜਾਂਦੀ ਹੈ ਵੱਡੇ ਸ਼ਹਿਰਾਂ ਦੇ ਵਿੱਚ, ਕਿ ਉਹਨਾਂ ਦੀ ਜ਼ਿੰਮੇਵਾਰੀ ਹੈ। ਪੈਸਾ ਵੀ ਉਹ ਇਕੱਠਾ ਕਰਦੇ ਨੇ, ਜਿਹੜਾ ਬਿਜਲੀ ਤੇ ਸੈਸ ਲੱਗਿਆ ਹੋਇਆ ਉਹ ਕਿਹਾ ਜਾਂਦਾ ਕਿ ਇਹਨਾਂ ਕੋਲ ਜਾਂਦਾ, ਫਿਰ ਇਹ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਕੋਤਾਹੀ ਕਿਉਂ ਹੁੰਦੀ ਹੈ? ਇਹ ਵਾਕਈ ਬਹੁਤ ਵੱਡੀ ਤੁਹਾਨੂੰ ਸਮੱਸਿਆ ਲੱਗਦੀ ਹੈ ਕਿ ਜਿਹੜੀ ਇਹ ਹੱਲ ਹੀ ਨਹੀਂ ਹੋ ਸਕਦੀ? ਦੇਖੋ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇੱਕ ਬਹੁਤ ਚੰਗੇ ਟੌਪਿਕ ਨੂੰ ਲੈ ਕੇ ਅੱਜ ਡਿਬੇਟ 'ਚ ਸਾਨੂੰ ਬੁਲਾਇਆ ਹੈ ਜੀ। ਮੈਂ ਸਮਝਦਾ ਕਿ ਐਜ਼ ਏ ਮੇਅਰ ਚੰਡੀਗੜ੍ਹ ਜੋ ਮਹਿਸੂਸ ਕੀਤਾ ਹੈ ਕਿ ਜਿਹੜੇ ਤੁਸੀਂ ਸ਼ਹਿਰਾਂ ਦੇ ਨਾਂ ਲਏ ਆ, ਇਹਨਾਂ ਤੋਂ ਵੱਧ, ਸਭ ਤੋਂ ਵੱਧ ਅਗਰ ਕੋਈ ਸਮੱਸਿਆ ਸਟੇ ਕੈਟਲ ਦੀ ਹੈ ਤਾਂ ਉਹ ਚੰਡੀਗੜ੍ਹ 'ਚ ਹੈ ਜੀ। ਹਲਕੀ ਚੰਡੀਗੜ੍ਹ ਦੇ ਵਿੱਚ ਸਾਰੇ ਦਾ ਸਾਰਾ ਏਰੀਆ ਅਰਬਨਾਈਜ਼ ਡਿਕਲੇਅਰ ਹੋ ਗਿਆ ਹੈ, ਕੈਟਲ ਰੱਖਣੇ ਮਨਾ ਹੈ। 4-5 ਪਿੰਡਾਂ ਨੂੰ ਛੱਡ ਕੇ 4-5 ਪਿੰਡ ਵੀ ਹੁਣ ਜਿਹੜੇ ਆ ਉਹ ਕਾਰਪੋਰੇਸ਼ਨ 'ਚ ਮਰਜ ਕਰ ਲਏ। ਉਹਦੇ ਬਾਵਜੂਦ ਐਕਸੀਡੈਂਟ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਜਾਂ ਜਿਹੜੀਆਂ ਹੋ ਰਹੀਆਂ ਜਾਂ ਜਿਨ੍ਹਾਂ ਦੇ ਸਾਨੂੰ ਰੋਜ਼ ਡਰ ਲੱਗਾ ਰਹਿੰਦਾ ਹੈ, ਉਹ ਚੰਡੀਗੜ੍ਹ ਸਭ ਤੋਂ ਜ਼ਿਆਦਾ ਉਹਦੇ 'ਚ ਇੱਕ ਡਰ ਦਾ ਮਾਹੌਲ ਹਮੇਸ਼ਾ ਰਿਹਾ ਹੈ। ਸਾਡਾ ਕਾਰਨ ਸਮੱਸਿਆ ਹੁਣ ਦਾ ਇਹ ਹੈ ਕਿ ਸਾਡੇ ਪਾਸੇ 2 ਸਟੇਟਾਂ ਹਰਿਆਣਾ ਤੇ ਪੰਜਾਬ, ਔਰ ਜੇ ਕਹਾਂ ਤਾਂ ਹਿਮਾਚਲ ਵੀ, ਸੁਖਨਾ ਲੇਕ ਦੇ ਪਿੱਛੋਂ ਜੰਗਲ ਦੇ ਏਰੀਏ ਦੇ ਵਿੱਚੋਂ ਹਰ ਰੋਜ਼ 15, 20, 30 ਜਿਹੜੀਆਂ ਸਟੇ ਕੈਟਲ ਗਊਆਂ ਹੈ ਉਹ ਚੰਡੀਗੜ੍ਹ 'ਚ ਐਂਟਰ ਕਰ ਜਾਂਦੀਆਂ। ਇਸੇ ਤਰ੍ਹਾਂ ਪੰਜਾਬ ਹਰਿਆਣਾ ਦੇ ਉੱਤੋਂ ਵੀ ਜਿਹੜੇ ਪਸ਼ੂ ਪਾਲਕ ਹੈ ਔਰ ਜਿਹੜੀਆਂ ਗਾਵਾਂ ਜਿਹਨੂੰ ਅਸੀਂ ਪੰਜਾਬੀ 'ਚ ਫੰਡਰ ਕਹਿੰਦੇ ਆ, ਦੁੱਧ ਦੇਣਾ ਬੰਦ ਕਰ ਦਿੰਦੇ ਆ, ਉਹਨਾਂ ਨੂੰ ਟਰਾਲੀਆਂ 'ਚ ਭਰ ਕੇ ਆ ਕੇ ਸਾਡੇ ਬੈਰੀਅਰ 'ਤੇ ਆ ਕੇ ਛੱਡ ਜਾਂਦੇ ਆ। ਅਸੀਂ ਕਈ ਵਾਰੀ ਬੈਰੀਅਰ 'ਤੇ ਵੀ, ਪਹਿਲਾਂ ਜਦੋਂ ਬੈਰੀਅਰ ਲੱਗੇ ਹੁੰਦੇ ਸੀ ਉਦੋਂ ਬੈਰੀਅਰ 'ਤੇ ਪੁਲਿਸ ਬਿਠਾਈ, ਆਪਣੇ ਇਨਫੋਰਸਮੈਂਟ ਦੇ ਬੰਦੇ ਬਿਠਾਏ, ਹੁਣ ਬੈਰੀਅਰ ਹਟ ਗਏ, ਹੁਣ ਸਾਡੇ ਕੋਲ ਉਹ ਵੀ ਰਸਤਾ ਬੰਦ ਹੋ ਗਿਆ। ਪਰ ਸਾਡੇ ਚੰਡੀਗੜ੍ਹ ਦੀ ਜਿਹੜੀ ਸਮੱਸਿਆ ਹੈ ਉਹ ਸਿਰਫ ਸਾਡੇ 2 ਜਿਹੜੀਆਂ ਸਾਡੀਆਂ ਆਪਣੀਆਂ ਸਟੇਟਾਂ ਹੈ ਉਹਨਾਂ ਨੇ ਕ੍ਰੀਏਟ ਕੀਤੀ ਹੋਈ ਹੈ। ਸਟੇ ਕੈਟਲ ਦੀ ਜੇ ਤੁਸੀਂ ਦੇਖੋਗੇ ਸੜਕਾਂ ਤੇ ਤੁਹਾਨੂੰ 90% ਜਿਹੜੀਆਂ ਹੈ ਉਹ ਗਾਵਾਂ ਮਿਲਦੀਆਂ, ਨਾ ਤਾਂ ਕੋਈ ਮੱਝ ਮਿਲੇਗੀ, ਕਿਉਂਕਿ ਮੱਝਾਂ ਜਿਹੜੀਆਂ ਹੈ ਉਹ ਇੱਕ ਪ੍ਰੋਫਿਟੇਬਲ ਬਿਜ਼ਨਸ ਹੈ ਹਾਲੇ ਵੀ। ਜਿਹੜੀ ਗਾਂ ਵੀ ਹੈ, ਔਰ ਗਾਵਾਂ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ 80% ਤੁਹਾਨੂੰ ਦੇਸੀ ਗਾਂ ਮਿਲੇਗੀ, ਜਿਨ੍ਹਾਂ ਨੂੰ ਆਪਾਂ ਸਮਝਦੇ ਕਿ ਜਿਹਨੂੰ ਪੁਰਾਣੇ ਅਸੀਂ ਜੱਦੀ ਪਿੰਡਾਂ 'ਚ ਰੱਖਦੇ ਸੀਗੇ। ਕਿਉਂਕਿ ਹੁਣ ਉਹ ਜੋ ਮੈਂ ਥੋੜ੍ਹਾ ਜਿਹਾ ਮੇਰਾ ਡੈਰੀ ਨਾਲ ਵੀ ਸੰਬੰਧ ਰਿਹਾ ਹੈ, ਅੱਗੇ ਕਿੱਲੇ ਦੇ ਉੱਤੇ ਅਸੀਂ 8-10 ਸੂਏ ਮੱਝ ਦੇ ਗਾਂ ਦੇ ਲੈਂਦੇ ਸੀਗੇ ਤੇ 12, 14, 15 ਸਾਲ ਦੀ ਉਮਰ ਹੁੰਦੀ ਸੀਗੀ ਤੇ ਕੋਸ਼ਿਸ਼ ਹੁੰਦੀ ਸਾਲ 2 ਸਾਲ ਹੀ ਤੰਗ ਕਰਦੀ ਸੀ। ਹੁਣ ਜਿੰਨੀਆਂ ਵੀ ਗਾਈਆਂ ਯੰਗ ਏਜ ਦੀਆਂ 4-5 ਸੂਏ ਤੋਂ ਬਾਅਦ ਦੁੱਧ ਦੇਣਾ ਬੰਦ ਕਰ ਜਾਂਦੀਆਂ, ਪ੍ਰੋਫਿਟੇਬਲ ਹੈ ਨਹੀਂ, ਬਾਕੀ ਚੀਜ਼ਾਂ ਮਹਿੰਗੀਆਂ ਉਹ ਆ ਕੇ ਛੱਡ ਜਾਂਦੀਆਂ। ਅੱਛਾ, ਨਹੀਂ ਚਾਵਲਾ ਸਾਹਿਬ, ਫਿਰ ਇਹਦਾ ਹੱਲ ਕੀ ਹੈ? ਜਾਂ ਤਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਇਸ ਸਭ ਦੇ ਲਈ ਡੈਰੀ ਵਾਲੇ ਜ਼ਿੰਮੇਵਾਰ ਹੈ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਨਹੀਂ, ਪਛਾਣ ਹੋ ਨਹੀਂ ਪਾਉਂਦੀ, ਇਹ ਸਭ ਤੋਂ ਵੱਡੀ ਸਮੱਸਿਆ ਹੈ। ਜਾਂ ਫਿਰ ਇਹ ਲੱਗਦਾ ਕਿ ਇੰਨੇ ਵੱਡੀ ਤਾਦਾਦ ਦੇ ਵਿੱਚ ਜਾਨਵਰ ਹੈਗੇ ਨੇ, ਇੱਕ ਜੇ ਅਸੀਂ ਗੱਲ ਕਰੀਏ ਨਗਰ ਪਾਲਿਕਾ ਦੀ ਜਾਂ ਨਗਰ ਨਿਗਮ ਦੀ, ਉਹਨਾਂ ਦੇ ਵੱਸ ਦੀ ਗੱਲ ਤੁਹਾਨੂੰ ਲੱਗਦੀ ਨਹੀਂ? ਫਿਰ ਮੈਂ ਸਮਝਦਾ ਬਿਯੋਂਡ ਕੰਟਰੋਲ ਹੈ। ਮੈਂ ਤੁਹਾਨੂੰ ਦੱਸਦਾ ਕਿ ਕਾਰਪੋਰੇਸ਼ਨਾਂ ਦੇ ਦਾਇਰੇ ਔਰ ਫਾਈਨੈਂਸ਼ੀਅਲ ਹਾਲਾਤ ਇੰਨੀ ਨਹੀਂ ਹੁੰਦੀ। ਇਹ ਇੱਕ ਗਾਂ ਨੂੰ ਰੱਖਣਾ ਤੇ 4 ਬੰਦਿਆਂ ਨੂੰ ਰੱਖਣਾ ਇੱਕ ਬਰਾਬਰ ਦਾ ਖਰਚਾ ਹੈ। ਅਸੀਂ ਚੰਡੀਗੜ੍ਹ 'ਚ ਕਾਰਪੋਰੇਸ਼ਨ ਨੇ 3-4 ਗਊਸ਼ਾਲਾ ਵੀ ਜਿਹੜੀਆਂ ਰੱਖੀਆਂ ਹੈ, ਉਹਨਾਂ 'ਚੋਂ 2 ਸਾਨੂੰ ਜਾ ਕੇ ਲੋਕਾਂ ਨੂੰ ਦੇਣੀਆਂ ਪਈਆਂ ਜਾ ਕੇ ਚੈਰਿਟੀ ਵਾਸਤੇ, ਕਿ ਤੁਸੀਂ ਸੰਭਾਲ ਲਓ, ਸਾਡੇ ਵਾਸ ਦਾ ਕੰਮ ਨਹੀਂ ਹੈਗਾ ਗਾਂ ਨੂੰ ਇੰਨਾ ਸੰਭਾਲਣਾ। ਕਰ ਰਹੇ ਹੋ, ਅੱਛਾ ਕੰਮ ਕਰ ਰਹੇ ਆ, ਪਰ ਉਹਦੇ ਬਾਵਜੂਦ ਅੱਜ ਵੀ
ਜਿੰਨੇ ਕੁ ਅਸੀਂ 6 ਮਹੀਨੇ 'ਚ ਉਹਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਡਬਲ ਫਿਰ ਸ਼ਹਿਰ ਦੇ ਵਿੱਚ ਆ ਜਾਂਦੀਆਂ। ਜਿਹੜੀ ਮੈਂ ਪਹਿਲਾਂ ਦੱਸਿਆ ਕਿ ਇਹ ਸਮੱਸਿਆ ਇਹ ਹੈ। ਜਿਹੜੀ ਤੁਸੀਂ ਗੱਲ ਕੀਤੀ ਹੱਲ ਕੀ ਹੈ, ਹੱਲ ਇਹ ਹੈ ਕਿ ਮੈਂ ਸਮਝਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਉਦੋਂ ਜਦੋਂ ਸਟੇ ਕੈਟਲ ਸੜਕ ਤੇ ਆ ਜਾਂਦਾ ਹੈ। ਉਹ ਸਟੇ ਦੇ ਭੇਜਣ ਵਾਲੇ ਜਿਹੜੇ ਬੰਦੇ ਆ ਉਹ ਜ਼ਿੰਮੇਵਾਰੀ ਮੈਂ ਕਈ ਸੈਮੀਨਾਰ ਇਹਦੇ ਵਿੱਚ ਡਿਸਕਸ ਕੀਤੇ ਹੈ। ਇੱਕ ਚੀਜ਼ ਉੱਭਰ ਕੇ ਆਈ ਸੀ ਸਾਰੇ ਮੇਅਰ ਦੇ ਵਿੱਚ ਕਿ ਸਾਨੂੰ ਹਰ ਸਟੇਟ ਨੂੰ ਆਪਣੇ ਕੈਟਲ ਦਾ ਸੈਂਸਿਸ ਕਰਾਉਣਾ ਚਾਹੀਦਾ ਹੈ ਔਰ ਕੋਈ ਚਿਪ ਸਿਸਟਮ ਹੋਣਾ ਚਾਹੀਦਾ ਹੈ ਕਿ ਹਰ ਇੱਕ ਚਿਪ ਜਿਹੜੀ ਹੈ ਉਹ ਜਿਹੜਾ ਗਊ ਪਾਲਕ ਹੈ ਜਾਂ ਕੋਈ ਰੱਖਦਾ ਉਹਦੇ ਅੰਦਰ ਇੱਕ ਇਨਸਰਟ ਕੀਤੀ ਜਾ ਸਕਦੀ ਹੈ। ਜਦੋਂ ਉਹ ਵੇਚੇ ਜਾਂ ਉਹਨੂੰ ਸੜਕ ਤੇ ਸੱਟੇ, ਜਿਵੇਂ ਸਾਡੇ ਕੋਲ ਮੋਬਾਈਲ ਨਾਲ ਟਰੈਕਿੰਗ ਹੈ ਉਹਦੇ ਨਾਲ ਟਰੈਕਿੰਗ ਹੋ ਜਾਏ ਔਰ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਪਾਈ ਜਾਏ। ਅਗਰ ਕੋਈ ਉਹਨਾਂ ਦੀ ਕਾਜ਼ ਦੇ ਕਰਕੇ ਡੈਥ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ ਮਰਡਰ ਕੇਸ ਰਜਿਸਟਰਡ ਹੋਣਾ ਚਾਹੀਦਾ ਹੈ। ਐਕਸੀਡੈਂਟ ਕੇਸ ਉਹਨਾਂ ਤਾਂ ਥੋੜਾ ਜਿਹਾ ਡਰ ਬੈਠੇਗਾ। ਜਿਹੜਾ ਜ਼ਿੰਮੇਵਾਰ ਹੈ ਉਹ ਛੱਡ ਕੇ ਆਪਣੇ ਘਰ ਆਰਾਮ ਨਾਲ ਬੈਠਾ, ਉਹਨੇ ਦੁੱਧ ਚੋਲਿਆ ਜਿੰਨੀ ਚਿਰ ਦੇਤਾ ਉਸ ਤੋਂ ਬਾਅਦ ਉਹ ਸ਼ਹਿਰ ਚ ਆ ਗਈ। ਚਲੋ ਇੱਕ ਵਧੀਆ ਸੁਝਾਅ, ਮੈਂ ਵਾਪਸ ਤੁਹਾਡੇ ਕੋਲ ਆਵਾਂਗਾ। ਤਾਰਨੀ ਸਾਹਿਬ, ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਪਟਿਆਲਾ ਦੇ ਵਿੱਚ ਇੱਕ ਮੌਤ ਹੋਈ ਸੀਗੀ ਤੇ ਪਰਿਵਾਰ ਨੇ ਅਦਾਲਤ ਦਾ ਬੂਹਾ ਖੜਕਾਇਆ। ਅਦਾਲਤ ਨੇ ਮੇਅਰ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਤੁਹਾਡੀ ਜ਼ਿੰਮੇਵਾਰੀ ਸੀ, ਤੁਸੀਂ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਪਾਏ, ਤੁਸੀਂ ਆ ਕੇ ਇੱਥੇ ਜਵਾਬ ਦਿਓ। ਕਾਨੂੰਨੀ ਤੌਰ ਤੇ ਜੇਕਰ ਅਜਿਹੇ ਸ਼ਿਕੰਜੇ ਕੱਸੇ ਜਾਣ ਤਾਂ ਲੱਗਦਾ ਹੈ ਕੁਝ ਹੋ ਸਕਦਾ। ਬਿਲਕੁਲ, ਦੇਖੋ ਹਰਪ੍ਰੀਤ ਜੀ, ਇਹ ਸਭ ਤੋਂ ਤਰੀਕਾ ਹੀ ਇਹੀ ਹੈਗਾ। ਪਰ ਕਿਤੇ ਨਾ ਕਿਤੇ ਦੇਖੋ, ਚਾਹੇ ਡੀਸੀ ਹੈਗਾ ਚਾਹੇ ਐਸਐਸਪੀ ਹੈਗਾ, ਇਹ ਰਾਜਾਸ਼ਾਹੀ ਬਣੀ ਵੀ ਹੈ ਇਸ ਟਾਈਮ ਤੇ ਜਿਹੜਾ ਹੈਗਾ। ਸਰਕਾਰ ਦੀ ਇੰਪਲੀਮੈਂਟੇਸ਼ਨ ਆਫ ਲਾ ਜਿਹੜੀ ਜ਼ੀਰੋ ਹੈਗੀ ਹੈ। ਪੁਲਿਸ ਤੇ ਉਹਨਾਂ ਦਾ ਕੋਈ ਕਿਸੇ ਕਿਸਮ ਦਾ ਕੰਟਰੋਲ ਨਹੀਂ ਹੈਗਾ, ਅਫਸਰ ਸ਼ਾਹੀ ਤੇ ਕਿਸੇ ਕਿਸਮ ਦਾ ਕੰਟਰੋਲ ਨਹੀਂ ਹੈਗਾ ਔਰ ਅਫਸਰ ਉਹਨਾਂ ਦੀ ਸੁਣਦੇ ਨਹੀਂ, ਮੰਨਦੇ ਨਹੀਂ, ਦੇਖਦੇ ਨਹੀਂ। ਔਰ ਤੁਸੀਂ ਚਲੋ ਹੁਣ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ। ਇਹ ਥੋੜਾ ਜਿਹਾ ਇੱਕ ਕੁਐਸਚਨ ਹੋਇਆ ਸੀ ਕਿ ਇੱਕ ਦਿਨ ਇੱਕ ਪੁਲਿਸ ਵਾਲੇ ਨੇ ਦੇਖਿਆ ਹੋਣਾ ਤੁਸੀਂ ਮਾਰਿਆ ਸੀ ਇੱਕ ਕਿਸਾਨ ਨੇ ਔਰ ਉਹਦੀ ਵਿਚਾਰੇ ਦੀ ਥਾਂ ਤੇ ਹੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਉਹ ਦੂਸਰੇ ਦਿਨ ਉਸ ਕਿਸਾਨ ਨੂੰ ਫੜ ਕੇ ਲੈ ਗਏ ਜਿਹੜੇ ਮਿਊਨਿਸਪਲ ਕਮੇਟੀ ਵਾਲੇ ਸੀ। ਉੱਥੇ 10 ਹੋਰ ਫਿਰਦੇ ਸੀ, ਉਹਨਾਂ ਨੂੰ ਕਿਸੇ ਨੇ ਨਹੀਂ ਫੜਿਆ, ਉਹ ਕੋਈ ਦਊਗਾ ਫਿਰ ਹੋਰ ਕਿਸੇ ਨੂੰ ਮਾਰ ਦਊਗਾ। ਸੋ ਗੱਲ ਇਹ ਹੈਗੀ ਹੈ ਜੀ, ਜਦੋਂ ਗਵਰਨਮੈਂਟ ਸਾਰਾ ਪੈਸਾ ਇਕੱਠਾ ਕਰ ਰਹੀ ਹੈ, ਸਭ ਕੁਝ ਕਰ ਰਹੀ ਹੈਗੀ ਆ, ਦੇਖੋ ਇਹਦੇ ਬਾਰੇ ਜਿਹੜਾ ਡੀਸੀ ਹੈਗਾ ਇਹ ਵੀ ਬਾਹਰ ਸੂਖ ਬੰਦੇ ਹੁੰਦੇ ਹੈਗੇ ਆ। ਇਹਨਾਂ ਦੇ ਖਿਲਾਫ ਜਿਹੜਾ ਕੇਸ ਪਾਉਂਦਾ ਹੈਗਾ, ਤੁਹਾਨੂੰ ਪਤਾ ਹੈ ਵੀ ਉਹਦੇ ਵਿੱਚ ਸਰਕਾਰ ਜਿਹੜੀ ਹੈਗੀ ਕੇਸ ਲੜਦੀ ਹੈਗੀ ਆ। ਕੇਸ ਲੜਨ ਤੋਂ ਬਾਅਦ ਮੈਂ ਇਹ ਦੇਖਿਆ, ਮਹਿਸੂਸ ਕੀਤਾ ਹੈ, ਜਿੱਥੋਂ ਤੱਕ ਜੇ ਕਦੇ ਰਿਕਵਰੀ ਜਿਹੜੀ ਹੈਗੀ ਹੈ ਡਿਪਟੀ ਕਮਿਸ਼ਨਰ ਤੋਂ ਕਰਾਉਣੀ ਹੋਵੇ, ਅਸੀਂ ਆਮ ਤੌਰ ਤੇ ਉਹਦੇ ਜਿਹੜਾ ਹੈਗਾ ਦਫ਼ਤਰ ਦਾ ਸਮਾਨ ਜਾਂ ਕਾਰ ਵਗੈਰਾ ਜਿਹੜਾ ਹੈਗਾ ਉਹ ਕੁਰਕ ਕਰਾਉਂਦੇ ਹੁੰਦੇ ਆ। ਔਰ ਜੇ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਜਾਣਗੀਆਂ, ਦੇਖੋ ਮੈਂ ਇਹ ਸਮਝਦਾ ਹੈਗਾ ਕਿ ਕੱਲੀ ਕੁਰਕੀ ਨਾਲ ਨਹੀਂ ਇਹ ਕੰਮ ਚੱਲਣਾ ਹੈਗਾ। ਜਦੋਂ ਤੱਕ ਇਹਨਾਂ ਦੀ ਕ੍ਰਿਮੀਨਲ ਰਿਸਪੌਂਸਿਬਿਲਟੀ ਫਿਕਸ ਨਹੀਂ ਹੁੰਦੀ, ਇਹਨਾਂ ਨੂੰ ਕਟਹਿਰਿਆਂ ਦੇ ਵਿੱਚ ਨਹੀਂ ਖੜਾ ਕਰਿਆ ਜਾਂਦਾ, ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ, ਉਦੋਂ ਤੱਕ ਇਹ ਕੁਝ ਨਹੀਂ ਹੋਣਾ ਹੈਗਾ। ਇਹ ਦੇਖੋ ਸਰਕਾਰ ਨਾਲੋਂ ਦੀ ਪੰਜਾਬ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ। ਮਹਾਰਾਜਾ ਸਾਹਿਬ ਕਿਤੇ ਸੁੱਤੇ ਪਏ ਹੈਗੇ ਆ ਤੇ ਥੱਲੇ ਵਾਲੇ ਜਿਹੜੇ ਇਹਨਾਂ ਨੂੰ ਵਿਭਾਗਾਂ ਨੂੰ ਮੰਤਰੀ ਹੈਗੇ ਉਹ ਕਿਸੇ ਨੂੰ ਮੇਰਾ ਖਿਆਲ ਪਤਾ ਵੀ ਨਹੀਂ ਹੋਣਾ ਵੀ ਕੌਣ ਹੈਗੇ ਕੌਣ ਨਹੀਂ ਹੈਗੇ। ਸੋ ਇਸ ਕਰਕੇ ਇਹ ਰਿਸਪੌਂਸਿਬਿਲਟੀਜ਼ ਕਰ ਰਹੇ ਆ ਲੋਕਾਂ ਨੇ ਤਾਂ ਜਦੋਂ ਜਿਨ੍ਹਾਂ ਦਾ ਕੋਈ ਮਰਦਾ ਹੈਗਾ ਉਹਨਾਂ ਨੇ ਤਾਂ ਕੋਈ ਚੀਕਣਾ ਹੈਗਾ ਹੀ ਆ ਜੀ। ਠੀਕ ਹੈ, ਮੈਂ ਇੱਕ ਮਿੰਟ ਵਾਪਸ ਆਣਾ। ਇਕਬਾਲ ਸਿੰਘ ਜੀ, ਅਸੀਂ ਪਹਿਲਾਂ ਵੀ ਜਦੋਂ ਚਰਚਾ ਕੀਤੀ ਸੀ ਇਸੇ ਮੁੱਦੇ ਦੇ ਉੱਤੇ, ਔਰ ਇਹ ਕਿਹਾ ਗਿਆ ਸੀ ਕਿ ਕਰੋੜਾਂ ਰੁਪਈਆ ਹਾਲੇ ਵੀ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਕੋਲ ਪਿਆ, ਕਾਉਸੈਸ ਦੇ ਨਾਂ ਤੇ ਜਿਹੜਾ ਪੈਸਾ ਇਕੱਠਾ ਹੁੰਦਾ ਪਿਆ। ਔਰ ਜਦੋਂ ਅਸੀਂ ਹਾਲਾਤ ਦੇਖਦੇ ਹਾਂ ਕਿ ਵਿਭਾਗ ਦੇ ਹਾਲਾਤ ਕੀ ਨੇ, ਤਾਂ ਹਾਲਾਤ ਬਦ ਤੋਂ ਬਦਤਰ ਨੇ, ਕਿਉਂਕਿ ਉਹ ਕਹਿੰਦੇ ਨੇ ਕਿ ਨਾ ਅਵਾਰਾ ਸਾਂਢ ਜਾਂ ਪਸ਼ੂ ਫੜਨ ਲਈ ਸਾਡੇ ਕੋਲ ਕੋਈ ਸਟਾਫ ਹੈਗਾ, ਨਾ ਸਾਡੇ ਕੋਲ ਟਰੱਕ ਟਰਾਲੇ ਹੈਗੇ ਨੇ। ਜੇ ਅਸੀਂ ਕਰਦੇ ਵੀ ਹਾਂ ਤਾਂ ਇੱਕ ਅੱਧਾ ਕੋਈ ਫੜ ਸਕਦੇ ਹਾਂ, ਪਰ ਇਹ ਤਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇ, ਇਹ ਤਾਂ ਕੰਟਰੋਲ ਤੋਂ ਬਾਹਰ ਹੋਇਆ ਪਿਆ। ਹੁਣ ਲੱਗਦਾ ਨਹੀਂ ਹੈ ਕਿ ਐਡਾ ਸੀਰੀਅਸ ਮਾਮਲਾ ਹੋ ਗਿਆ, ਗੰਭੀਰ ਹੋ ਗਿਆ, ਹਾਲੇ ਤੱਕ ਸਰਕਾਰ ਦਾ ਕੋਈ ਸਿੰਗਲ ਪ੍ਰਤੀਕਰਮ ਵੀ ਨਹੀਂ ਆਇਆ। ਦੇਖੋ ਜੀ, ਗੱਲ ਇਦਾਂ ਹਰਪ੍ਰੀਤ ਜੀ, ਸਰਕਾਰ ਤਾਂ ਹੈ ਹੀ ਨਹੀਂ ਨਾ ਕਿਤੇ, ਆਪਾਂ ਕਿਹਦੇ ਜਾਨ ਨੂੰ ਰੋਈਏ। ਗੱਲ ਤਾਂ ਇਹ ਜਿਵੇਂ ਅਵਾਰਾ ਪਸ਼ੂ ਫਿਰਦੇ ਆ, ਐਵੇਂ ਸਰਕਾਰ, ਮਤਲਬ ਹੁਣ ਅਵਾਰਾ ਸ਼ਬਦ ਨਹੀਂ ਅਸੀਂ ਵਰਤ ਸਕਦੇ, ਬਸ ਇੱਕ ਸਰਕਾਰ ਸਾਡੀ ਚੁਣੀ ਹੋਈ ਸਰਕਾਰ ਹੈ, ਪਰ ਹੈ ਕਿਤੇ ਕੋਈ ਵਾਲੀ ਵਾਰਸ ਨਹੀਂ। ਗੱਲ ਸਰਕਾਰ ਦੀ ਤਾਂ ਇੱਥੇ ਤੱਕ ਆ ਕੇ ਨਿਬੜ ਜਾਂਦੀ। ਹੁਣ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨਾ ਪੈਸਾ ਇਕੱਠਾ ਹੋਇਆ ਸੀ 8 ਕਰੋੜ 30 ਲੱਖ ਰੁਪਇਆ ਇਹਨਾਂ ਦਾ 15 ਤੋਂ 18 ਤੱਕ ਇਹਨਾਂ ਕੋਲ ਇਕੱਠਾ ਹੋਇਆ, ਉਹ ਕਿੱਥੇ ਗਿਆ ਕੋਈ ਦੱਸਣ ਨੂੰ ਤਿਆਰ ਨਹੀਂ ਹੈਗਾ। ਕਾਰ ਤੇ 1000 ਰੁਪਇਆ, ਮੋਟਰਸਾਈਕਲ ਤੇ 200 ਰੁਪਇਆ, ਬਿਜਲੀ ਤੇ ਹੋਰ ਕਿੰਨੇ ਹਰੇਕ ਚੀਜ਼ ਤੇ, ਸ਼ਰਾਬ ਦੀ ਈਵਨ ਸ਼ਰਾਬ ਦੀ ਬੋਤਲ ਤੇ ਵੀ 10 ਰੁਪਏ ਮਤਲਬ ਗਊ ਸੈਸ ਦਿੰਨੇ ਅਸੀਂ। ਪੈਸਾ ਜਾ ਕਿੱਥੇ ਰਿਹਾ ਉਹ ਨਹੀਂ ਕੋਈ ਦੱਸਣ ਨੂੰ ਤਿਆਰ। ਅੱਜ ਪਟਿਆਲੇ ਦਾ ਜਤਿੰਦਰ ਕੌਰ ਹੈ ਵਿਚਾਰੀ, ਇਹ ਮਾਤਾ ਜੀ, ਇਹ ਸਾਡੇ ਜਾਣਕਾਰਾਂ ਚੋਂ ਹੀ ਹੈ। ਇਹਨਾਂ ਦਾ ਜਿਹੜਾ ਹੋਇਆ ਮਤਲਬ ਸ਼ਿਕਾਰ ਹੋਇਆ ਇਹਨਾਂ ਦਾ ਬੇਟਾ, ਫਿਰ ਜਿਹੜੀ ਪਹਿਲਾਂ ਆਪਾਂ ਡਿਬੇਟ ਕੀਤੀ ਸੀ, ਦੇਖੋ ਡਿਬੇਟ ਨਾਲ ਵੀ ਕਿੰਨੇ ਲੋਕ ਜਾਗਰੂਕ ਹੋ ਰਹੇ। ਉਦੋਂ ਮੈਂ ਇਹੀ ਕਿਹਾ ਸੀ ਵੀ ਤੁਸੀਂ ਕੇਸ ਕਰੋ ਇਹਨਾਂ ਤੇ, ਤਾਂ ਕਿ ਇਹਨਾਂ ਨੂੰ ਕੁਝ ਮਾੜਾ ਮੋਟਾ ਹਲੂਣਾ ਆਵੇ।
ਤੇ ਉਹਨਾਂ ਨੇ ਕਲਕੱਤੇੋਂ ਮੈਨੂੰ ਫੋਨ ਕੀਤਾ ਵੀ ਅਸੀਂ ਕੇਸ ਕਰਨਾ, ਵੀ ਸਾਨੂੰ ਵਕੀਲ ਦੱਸੋ। ਚਲੋ ਮੈਂ ਦੱਸਿਆ ਵੀ ਉਹ ਐਚ.ਸੀ. ਅਰੋੜਾ ਸਾਹਿਬ ਉਹ ਕਹਿੰਦੇ ਵੀ ਮੈਂ ਫ੍ਰੀ ਲੜੂੰਗਾ, ਤੁਸੀਂ ਉਹਨਾਂ ਕੋਲ ਚਲੇ ਜਾਓ। ਮਤਲਬ ਇਹ ਤੁਹਾਡੀ ਡਿਬੇਟ ਨੂੰ ਦੇਖ ਕੇ ਵੀ ਜਾਗਰੂਕ ਹੋ ਰਹੇ ਨੇ ਲੋਕ। ਮੈਂ ਤੁਹਾਡਾ ਵੀ ਧੰਨਵਾਦ ਕਰਦਾ, ਤੁਸੀਂ ਇਹੋ ਜਿਹੀ ਡਿਬੇਟਾਂ ਕਰਾਉਂਗੇ, ਲੋਕ ਜਾਗਰੂਕ ਹੋਏ। ਪਟਿਆਲੇ ਵਾਲਾ ਕੇਸ ਵੀ ਤਾਂ ਹੀ ਹੋਇਆ ਨਾ, ਜੇ ਤੁਸੀਂ ਡਿਬੇਟ ਕਰਵਾਈ ਤਾਂ ਇਹ ਜਾਗਰੂਕ ਹੋਏ, ਕੇਸ ਕਰੋ ਜਿਹਦਾ ਵੀ ਕੁਛ ਟ੍ਰੈਜੇਡੀ ਹੁੰਦੀ ਹੈਗੀ, ਤਾਂ ਹੀ ਇਹਨਾਂ ਨੂੰ ਹਲੂਣਾ ਆਊਗਾ। ਇਸ ਕਰਕੇ ਹੁਣ ਮੈਂ ਇਹ ਨਹੀਂ, ਇਹਦੇ ਤੇ ਅਜੇ ਤੱਕ ਇਹਨਾਂ ਨੇ ਕੋਈ ਕਮੇਟੀ ਨਹੀਂ ਬਿਠਾਈ, ਕੋਈ ਮੀਟਿੰਗ ਨਹੀਂ ਕੀਤੀ ਵੀ ਇਹਦਾ ਕਰਨਾ ਕੀ ਹੈ। ਜੇ ਇਹ ਸਮੱਸਿਆ ਵੀ ਹੈ ਤਾਂ ਉਹਦਾ ਹੱਲ ਤਾਂ ਕੱਢਣਾ ਪਊਗਾ ਨਾ। ਹੁਣ ਤੁਸੀਂ ਠੀਕ ਹੈ ਸ਼ੈਲਟਰ ਹੋਮ 'ਚ ਨਹੀਂ ਅਸੀਂ ਇਹਨਾਂ ਨੂੰ ਭੇਜ ਸਕਦੇ ਜੀ, ਨਹੀਂ ਇੱਥੇ ਪਾਪ ਮੰਨਿਆ ਜਾਂਦਾ, ਤੁਸੀਂ ਪਾਕਿਸਤਾਨ ਨੂੰ ਬਾਰਡਰ ਨੂੰ ਤਾਂ ਧੱਕ ਦਿਓ ਨਾ ਉਹਨਾਂ ਡੰਡੇ ਮਾਰ ਕੇ, ਉੱਧਰ ਤਾਂ ਕਰ ਸਕਦੇ ਨਾ ਤੁਸੀਂ, ਉਹਨਾਂ ਨੇ ਆਪੇ ਸਾਂਭ ਲੈਣਾ, ਕੋਈ ਹੱਲ ਤਾਂ ਹੈਗੇ ਨਾ। ਇਸ ਕਰਕੇ ਤੁਸੀਂ ਕਿਸੇ ਪਾਸੇ ਦਾ ਤੁਰੋ ਨਾ, ਤਾਂ ਹੀ ਸਮੱਸਿਆ ਹੱਲ ਹੋਊਗੀ। ਇਸ ਕਰਕੇ ਇਹ ਸਰਕਾਰ ਨਹੀਂ ਕੁਝ ਕਰਨਾ ਚਾਹੁੰਦੀ। ਇਹ ਜਿਹੜਾ ਡਿਪਾਰਟਮੈਂਟ ਤੁਹਾਨੂੰ ਲੱਗਦਾ ਹੈ ਸਥਾਨਕ ਸਰਕਾਰਾਂ ਦਾ ਡਿਪਾਰਟਮੈਂਟ ਹੈਗਾ, ਇਹ ਸਿਰਫ ਨਗਰ ਨਿਗਮ, ਕਾਰਪੋਰੇਸ਼ਨ, ਨਗਰ ਪਾਲਿਕਾ ਤੱਕ ਹੀ ਸੀਮਤ ਲੱਗਦਾ, ਜਾਂ ਤੁਹਾਨੂੰ ਲੱਗਦਾ ਕਿ ਇਹਦੇ ਚ ਗੰਭੀਰਤਾ ਹੁਣ ਸਰਕਾਰ ਨੂੰ ਵੀ ਦਿਖਾਣੀ ਪੈਣੀ ਹੈ ਜਿੱਦਾਂ ਦੇ ਇਹ ਹੋ ਰਹੇ ਨੇ? ਇਹ ਨਲਾਇਕੀ ਕਿਹੜੇ ਪਾਸੋਂ ਤੁਹਾਨੂੰ ਜਾਂ ਢਿੱਲ ਕਿਹੜੇ ਪਾਸੋਂ ਲੱਗਦੀ ਹੈ? ਦੇਖੋ ਇਹਦੇ ਚ ਕਈ ਗੱਲਾਂ ਨੇ ਹਰਪ੍ਰੀਤ ਜੀ, ਮਹਿਕਮੇ ਦੀ ਢਿੱਲ ਹੈਗੀ ਹੈ। ਦੂਜਾ ਮਹਿਕਮਾ ਜਿਹੜਾ ਤੁਸੀਂ ਆਪ ਹੀ ਕਿਹਾ ਉਹ ਵੀ ਗੱਲ ਸੱਚੀ ਆ ਵੀ ਕਿੰਨਾ ਇਨਫਰਾਸਟ੍ਰਕਚਰ ਚਾਹੀਦਾ ਪਸ਼ੂਆਂ ਨੂੰ ਕਰਨ ਵਾਸਤੇ, ਅਵਾਰਾ ਨੂੰ, ਤੇ 1.5 ਲੱਖ ਪਸ਼ੂ ਅੰਦਾਜ਼ਾ ਲਾਇਆ ਜਾਂਦਾ ਹੈ, 500 ਮੌਤ ਹੁੰਦੀ ਹੈ। ਇਹਦੇ ਵਿੱਚ ਵੱਡੀ ਗੱਲ ਇਹ ਹੈ ਵੀ ਸਾਨੂੰ ਓਵਰਆਲ ਸੁਸਾਇਟੀ ਦੇ ਤੌਰ ਤੇ ਸੋਚਣਾ ਪਊਗਾ। ਮੇਅਰ ਸਾਹਿਬ ਨੇ ਗੱਲ ਤਾਂ ਕਰੀ ਹੈ ਵੀ ਗਊਆਂ ਤਾਂ ਉਹ ਛੱਡ ਜਾਂਦੇ ਨੇ, ਕੁੱਤੇ ਕੌਣ ਛੱਡ ਜਾਂਦਾ? ਚੰਡੀਗੜ੍ਹ ਚ ਕਿੱਕਰ ਪਾਰਕ ਹੈ, ਮੈਂ ਰੋਜ਼ ਸਵੇਰੇ ਦੇਖਦਾ ਉੱਥੇ 50 ਕੁੱਤੇ ਫਿਰਦੇ ਨੇ, ਬੰਦਾ ਡਰਦਾ ਵੀ ਮੈਨੂੰ ਵੱਢ ਕੇ ਹੁਣੀ ਨਾ ਉਹ ਕਰਦੇ, ਜਿਹੜਾ ਮਾੜਾ ਮੋਟਾ ਬਜ਼ੁਰਗ ਉਹ ਗਿਰੇਗਾ, ਕਿਉਂਕਿ ਉਹ ਕੁੱਤੇ ਨੇ ਆ ਕੇ ਮੂੰਹ ਪਾਣਾ ਤੁਹਾਨੂੰ। ਸੋ ਇਹ ਜਿਹੜਾ ਤੌਰ ਤਰੀਕਾ ਸੀ ਸਾਡਾ, ਸਾਨੂੰ ਐਕਟ ਦੇ ਤੌਰ ਦੇ ਉੱਤੇ, ਕਾਨੂੰਨ ਦੇ ਤੌਰ ਦੇ ਉੱਤੇ ਸਾਰੀ ਸੁਸਾਇਟੀ ਨੂੰ ਸੋਚਣਾ ਪਊਗਾ। ਅਸੀਂ ਸੈਂਟੀਮੈਂਟਲ ਹੋ ਕੇ ਸੋਚਦੇ ਹਾਂ। ਇੱਕ ਪਾਸੇ ਸਾਡੇ ਕੋਲੇ ਬੰਦੇ ਮਰ ਰਹੇ ਨੇ, ਲੋਕਾਂ ਨੂੰ ਰੋਟੀ ਨਹੀਂ ਮਿਲ ਰਹੀ, ਇੱਕ ਪਾਸੇ ਜਿਹੜਾ ਕਿਸਾਨ ਹੈ ਜਿਹਦੀ ਇਹ ਗੱਲ ਕਰਦੇ ਵੀ ਚਿੱਪ ਲਾ ਦਿਓ, ਉਹਦਾ ਤਾਂ ਬੁਰਾ ਹਾਲ ਹੈ। ਮੈਨੂੰ ਫੀਡ ਵਾਲਿਆਂ ਨਾਲ ਮੈਂ ਇੰਟਰਵਿਊ ਕਰੀ ਹੈ, ਜਿਹੜੇ ਪਸ਼ੂਆਂ ਦੀ ਫੀਡ ਕਰਦੇ ਸੀ, ਉਹ ਕਹਿੰਦੇ ਜੀ ਸਾਡਾ ਫੀਡ ਦਾ ਕੰਮ ਹੀ, ਮੈਂ ਕਿਹਾ ਕਿਉਂ? ਕਹਿੰਦੇ ਜੀ ਲੋਕਾਂ ਨੇ ਪਸ਼ੂ ਪਾਲਣਾ ਬੰਦ ਕਰਤਾ, ਵੀ ਹੁਣ ਤਾਂ ਘਾਟੇ ਦਾ ਸੌਦਾ ਹੋ ਗਿਆ। ਸਿਰਫ 12% ਜਿਹੜਾ ਹੈ ਇਹਦੇ ਵਿੱਚ ਨਾ, ਸੌਰੀ 8% ਐਨੀਮਲ ਹਸਬੈਂਡਰੀ ਦਾ GDP 'ਚ ਹੈ ਪੰਜਾਬ ਦੇ ਹਿੱਸਾ। ਬਿਲਕੁਲ, ਜਦ ਅਸੀਂ ਉਹਨੂੰ ਕੱਢ ਦਾਂਗੇ, ਤੁਸੀਂ ਜਿਹੜੇ ਬੰਦੇ ਗਊ ਪਾਲਦੇ ਨੇ, ਪਸ਼ੂ ਪਾਲਦੇ ਨੇ, ਬੱਕਰੀਆਂ ਪਾਲਦੇ ਨੇ, ਭੇਡਾਂ ਪਾਲਦੇ, ਭਾਵੇਂ ਬੱਕਰੀਆਂ ਭੇਡਾਂ ਤੇ ਨਹੀਂ ਲਾਗੂ ਹੁੰਦਾ, ਉਹ ਸਾਰਿਆਂ ਦਾ ਕਿੱਤਾ ਧੰਦਾ ਚੌੜ ਚਪੱਟ ਹੋ ਰਿਹਾ ਹੈ। ਸਾਨੂੰ ਕਾਨੂੰਨ ਦੇ ਤੌਰ ਤੇ ਕਹਿਣਾ ਬੜਾ ਸੌਖਾ ਹੈ ਵੀ ਆਹ ਚੀਜ਼ ਬੰਦ ਕਰ ਦਿਓ, ਆਹ ਕਰ ਦਿਓ, ਐਂ ਕਰ ਦਿਓ, ਐਂ ਕਰ ਦਿਓ, ਇਹ ਸੌਖਾ ਹੈ। ਸੈਂਟੀਮੈਂਟ ਮੇਰਾ ਹੋ ਸਕਦਾ ਹੈ, ਪਰ ਮੇਰਾ ਜਿਹੜਾ ਸੈਂਟੀਮੈਂਟ ਹੈ ਉਹ ਦੂਜੇ ਨੂੰ ਨੁਕਸਾਨ ਨਾ ਕਰੇ। ਜੇ ਮੇਰਾ ਸੈਂਟੀਮੈਂਟ ਦੂਜੇ ਨੂੰ ਨੁਕਸਾਨ ਕਰਦਾ ਹੈ ਤਾਂ ਇਹਦਾ ਮਤਲਬ ਜੇ ਮੈਂ ਤਾਕਤ ਚ ਮੈਂ ਸੈਂਟੀਮੈਂਟ ਨੂੰ ਉਹ ਕਰ ਰਿਹਾ। ਸੋ ਸਾਨੂੰ ਤਿੰਨੇ ਤਰ੍ਹਾਂ ਸੋਚਣਾ ਪਊ, ਪ੍ਰਸ਼ਾਸਨਿਕ ਤੌਰ ਤੇ ਵੀ, ਲੋਕਾਂ ਦੇ ਤੌਰ ਤੇ ਵੀ, ਸਰਕਾਰ ਦੇ ਤੌਰ ਤੇ ਉੱਤੇ ਵੀ ਅਸੀਂ ਕੀ ਕਰੀਏ। ਇਹਦਾ ਮਸਲਾ ਬਹੁਤ ਵੱਡਾ ਬਣ ਰਿਹਾ, ਇਹ ਛੋਟਾ ਨਹੀਂ ਹੈ। ਲੋਕਾਂ ਦੇ ਵਿੱਚ ਇੱਕ ਡਰ ਤੇ ਸਹਿਮ ਇਹ ਵੀ ਹੈ ਕਿ ਜੇ ਅਸੀਂ ਖੁਦ ਜਾਨਵਰਾਂ ਦੇ ਖਿਲਾਫ ਕੋਈ ਕਾਰਵਾਈ ਕਰਦੇ ਹਾਂ ਤਾਂ ਬੜੇ ਸਾਰੇ ਅਜਿਹੇ ਸੁਸਾਇਟੀ ਦੇ ਵਿੱਚ ਲੋਕ ਨੇ ਜਿਹੜੇ ਡਾਂਗਾ ਲੈ ਕੇ ਤੁਹਾਡੇ ਮਗਰ ਪੈ ਜਾਣਗੇ। ਤੁਸੀਂ ਵੇਖਿਆ ਕਿਵੇਂ? ਕਿਉਂਕਿ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ। ਮਹਾਜਨ ਸਾਹਿਬ, ਮੈਂ ਇੱਥੇ ਤੁਹਾਡਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਕਿ ਲੋਕਾਂ ਦੇ ਵਿੱਚ ਇਹ ਡਰ ਤੇ ਸਹਿਮ ਵੀ ਹੈਗਾ ਕਿ ਜੇ ਸਰਕਾਰ, ਪ੍ਰਸ਼ਾਸਨ, ਪੁਲਿਸ ਕੁਝ ਨਹੀਂ ਕਰਦੀ, ਅਸੀਂ ਕਰਾਂਗੇ ਤੇ ਤੁਹਾਡੇ ਵਰਗੇ ਲੋਕ ਉਹਨਾਂ ਦੇ ਪਿੱਛੇ ਪੈ ਜਾਣਗੇ। ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸਦਾ, ਅਸੀਂ ਮੂਲ ਤੇ ਜਾਈਏ। ਮੂਲ ਕਿਆ ਹੈ ਕਿ ਸੜਕ ਤੇ ਗਾਂ ਆਈ ਕਿਉਂ? ਸੜਕ ਤੇ ਜਿਸ ਵੇਲੇ ਦੁੱਧ ਦੇਣਾ ਬੰਦ ਕਰ ਦਿੰਦੀ ਹੈ, ਘਾਟੇ ਦਾ ਸੌਦਾ ਹੋ ਜਾਂਦਾ, ਤਾਂ ਕਿਸਾਨ ਉਹਨਾਂ ਨੂੰ ਸੜਕ ਤੇ ਛੱਡ ਦਿੰਦੇ ਨੇ। ਠੀਕ ਹੈ। ਜਦ ਤੱਕ ਇਹ ਸਾਡੀ ਪ੍ਰਮੁੱਖ, ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਕਰੀਏ, ਜਦ ਤੱਕ ਸਾਡੀ ਐਗਰੀਕਲਚਰ ਦਾ ਮੁੱਖ ਆਧਾਰ ਗਊ ਰਹੀ ਹੈ, ਗਊ ਬੇਸਡ ਫਾਰਮਿੰਗ ਹੁੰਦੀ ਰਹੀ ਹੈ, ਤਦ ਤੱਕ ਕਦੀ ਵੀ ਇਦਾਂ ਦੀ ਕੋਈ ਘਟਨਾ ਜਾਂ ਇਦਾਂ ਦੀ ਗਊ ਮਾਤਾ ਸੜਕ ਤੇ ਨਹੀਂ ਆਈ ਹੈ। ਤਾਂ ਸਾਨੂੰ ਮੁੜ ਆਪਣੇ ਪਿਛੋਕੜ ਵੱਲ ਜਾਣਾ ਪਏਗਾ, ਜਿਸ ਦੇ ਲਈ ਸਰਕਾਰਾਂ ਵੀ ਨਸਲ ਸੁਧਾਰ ਦਾ ਕੰਮ ਜਿਹੜੀਆਂ ਕਰ ਰਹੀਆਂ। ਪਹਿਲਾਂ ਅਸੀਂ ਟਾਈਮ ਟੂ ਟਾਈਮ ਆਪਣੇ ਆਪ ਨੂੰ ਅੱਗੇ ਤਾਂ ਲੈ ਕੇ ਜਾਣਾ ਨਾ। ਪਹਿਲਾਂ ਗਊਆਂ ਦੇ ਨਾਲ ਸੀ ਹੱਲ ਵਾਹੁੰਦੇ ਸੀ, ਤੁਸੀਂ ਚਾਹੁੰਦੇ ਹੋ ਕਿ ਅੱਜ ਦੁਬਾਰਾ ਅਸੀਂ ਗਊਆਂ ਨਾਲ ਹੱਲ ਵਾਹੀ? ਨਹੀਂ, ਹੱਲ ਵਾਹੁਣ ਵਾਲੀ ਗੱਲ ਨਹੀਂ ਹੈ। ਹੁਣ ਜਿਹੜੀ ਫਾਰਮਿੰਗ ਦੀ ਗੱਲ ਆਪਾਂ ਕਰ ਰਹੇ ਹਾਂ, ਪਹਿਲਾਂ ਆਪਾਂ ਪੈਸਟੀਸਾਈਡ ਔਰ ਫਰਟੀਲਾਈਜ਼ਰ ਯੂਰੀਆ ਲੈ ਆਂਦਾ, ਮੁੜ ਕੇ ਦੁਆਰਾ ਉਸਦਾ ਜੋ ਨੁਕਸਾਨ ਸਾਨੂੰ ਝੇਲਣਾ ਪੈ ਰਿਹਾ, ਕਿਸਾਨਾਂ ਨੂੰ ਝੇਲਣਾ ਪੈ ਰਿਹਾ, ਵਾਪਸ ਅਸੀਂ ਜਿਹੜੀ ਹੈ ਆਰਗੈਨਿਕ ਫਾਰਮ ਵੱਲ ਜਾ ਰਹੇ ਹਾਂ, ਗਊ ਆਧਾਰਿਤ ਖੇਤੀ ਵੱਲ ਜਾ ਰਹੇ ਹਾਂ। ਅੱਜ ਦੀ ਡਿਮਾਂਡ ਹੈ, ਜੇ ਤੁਸੀਂ ਸਵਸਥ ਰਹਿਣਾ ਹੈ, 100% ਤੁਸੀਂ ਆਪਣੀ ਸਿਹਤ ਵੱਲ ਨੂੰ ਜਾਣਾ ਹੈ, ਤਾਂ ਤੁਹਾਨੂੰ ਇਹ ਚੀਜ਼ਾਂ ਛੱਡਣੀਆਂ ਹੀ ਪੈਣਗੀਆਂ, ਜਿਹੜੀਆਂ ਚੀਜ਼ਾਂ ਸਾਨੂੰ ਸਾਡੀਆਂ ਨਾ ਹੋ ਕੇ ਸਾਡੇ ਕੋਲ ਆਈਆਂ। ਜਿਹੜੀ ਸਾਡੀ ਇਹ ਜਰਸੀ ਗਾਂ ਹੈ, ਜਿਹੜੀ ਅੱਜ ਦੀ ਡੇਟ 'ਚ ਅਗਰ ਤੁਸੀਂ ਦੇਖੋ ਤਾਂ ਜਰਸੀ, HF ਇਹ ਸੜਕਾਂ ਤੇ ਘੁੰਮਦੀਆਂ। ਜਿਹੜੀ ਸਾਡੀ ਸਾਹੀਵਾਲ ਗਾਂ ਹੈ, ਜਿਹੜੀ 50-50 ਕਿਲੋ ਦੁੱਧ ਦਿੰਦੀ ਹੈ, ਅੱਜ ਵੀ ਉਹ ਘਾਟੇ ਦਾ ਸੌਦਾ ਨਹੀਂ ਹੈ। ਆਪਾਂ ਉਹ ਨਸਲਾਂ ਲੁਪਤ ਹੁੰਦੀਆਂ ਜਾ ਰਹੀਆਂ, ਉਹਨਾਂ ਨਸਲਾਂ ਵੱਲ ਸਾਨੂੰ ਨਸਲ ਸੁਧਾਰ ਵੱਲ ਜਾਣਾ ਪਏਗਾ। ਹਰਿਆਣਾ ਨੇ ਕੀ ਕੀਤਾ ਹੈ, ਸਾਹੀਵਾਲ ਗਾਂ ਜਿਹੜੀ ਸਭ ਤੋਂ ਵੱਧ ਦੁੱਧ ਦਿੰਦੀ ਹੈ, ਉਸ ਦਾ ਸੀਮਨ 1100 ਰੁਪਏ ਦਾ ਪਰਚੇਜ਼ ਕਰਕੇ
400 ਰੁਪਏ ਦਾ ਜਿਹੜਾ ਹੈ ਸਬਸਿਡੀ ਪ੍ਰਾਈਸ ਤੇ ਕਿਸਾਨਾਂ ਨੂੰ ਉਪਲਬਧ ਕਰਾ ਰਹੀ ਹੈ, ਜਿਸ ਦੇ ਨਾਲ 90% ਜਿਹੜੀ ਹੈ ਕੇਵਲ ਬੱਚੀ ਹੀ ਆਏਗੀ, ਜਿਸ ਦੇ ਨਾਲ ਸਾਂਡਾਂ ਦੀ ਸਮੱਸਿਆ ਬਹੁਤ ਹੱਦ ਤੱਕ ਹੱਲ ਹੋ ਜਾਣਗੀਆਂ। ਇਹ ਉਹਨਾਂ ਨੇ ਇੰਪਲੀਮੈਂਟ ਕਰਤਾ, ਕਿਸਾਨਾਂ ਨੂੰ ਸਬਸਿਡੀ ਦੇ ਕੇ ਉਹ ਦੁੱਧ ਦੀ ਅੱਛੀ ਪੈਦਾਵਾਰ ਵਾਲੀਆਂ ਗਾਵਾਂ ਜਿਹੜੀਆਂ ਹੈ ਉਹ ਪ੍ਰੋਵਾਈਡ ਕਰਾ ਰਹੀਆਂ। ਜੇ ਕਿਸਾਨਾਂ ਨੂੰ ਮੰਨ ਲਓ ਦੁੱਧ ਅੱਛਾ ਮਿਲਣਾ ਸ਼ੁਰੂ ਹੋ ਗਿਆ, ਉਸ ਦੇ ਲਈ ਘਾਟੇ ਦਾ ਸੌਦਾ ਨਹੀਂ ਰਿਹਾ, ਤੇ ਸੜਕ ਤੋਂ ਆਣਾ ਬੰਦ ਹੋ ਜਾਣਗੀਆਂ। ਦੂਜੀ ਅਸੀਂ ਸਰਕਾਰ ਦੀ ਗੱਲ ਕਰ ਲਈ, ਤੁਸੀਂ ਤਾਂ ਫਿਊਚਰ ਦੀ ਗੱਲ ਕਰ ਰਹੇ ਹੋ, ਮੈਂ ਤਾਂ ਜਿਹੜੀ ਆ ਮੁਸ਼ਕਲ ਸਾਹਮਣੇ ਖੜੀ ਮੈਂ ਤਾਂ ਦੂਜੀ ਸਰਕਾਰ ਦੀ ਗੱਲ ਕਰੀਏ। ਜਿਹੜੀਆਂ ਸੜਕਾਂ ਤੇ ਆਵਾਰਾ ਮੌਤ ਘੁੰਮਦੀ ਪਈ ਹੈ, ਉਹਦਾ ਕੀ ਕੀਤਾ ਜਾਵੇ? ਉਸ ਦਾ ਇਹ ਹੱਲ ਹੈ ਜੀ, ਜੋ ਅਸੀਂ ਗਊ ਸੈਸ ਲਾਇਆ ਹੈ, ਜਿਸ ਤਰ੍ਹਾਂ ਬਾਕੀ ਵੀ ਉਹਨਾਂ ਨੇ ਕਿਹਾ ਵੀ ਗਊ ਸੈਸ 9 ਆਈਟਮਾਂ ਤੇ ਲੱਗਾ, ਸਾਡੇ ਤੋਂ ਇਕੱਠਾ ਕੀਤਾ ਜਾ ਰਿਹਾ ਹੈ। ਉਸ ਦਾ ਟਿਲ ਅੱਜ 3 ਸਾਲ ਹੋ ਗਏ, ਉਸ ਦਾ ਕਿਤੇ ਵੀ ਯੂਟਿਲਾਈਜੇਸ਼ਨ ਨਹੀਂ ਕੀਤਾ ਗਿਆ। ਡੀਸੀ ਜਿਹੜਾ ਨੋਡਲ ਆਫੀਸਰ ਹੈ, ਉਸ ਦੇ ਅੰਦਰ ਕਮੇਟੀਆਂ ਬਣਨੀਆਂ ਸੀਗੀਆਂ ਹਰ ਜਗ੍ਹਾ। ਪੂਰੇ ਡਿਸਟ੍ਰਿਕਟਾਂ ਦੇ ਵਿੱਚ 22 ਡਿਸਟ੍ਰਿਕਟ ਪੰਜਾਬ ਦੇ ਨੇ, 22 ਡਿਸਟ੍ਰਿਕਟਾਂ ਦੇ ਵਿੱਚ 20 ਤੋਂ 25 ਏਕੜ ਜਗ੍ਹਾ ਸਰਕਾਰ ਨੇ ਅਲਾਟ ਕੀਤੀ, ਜਿਸ ਦੇ ਵਿੱਚ ਇਹ ਪਸ਼ੂ ਧਨ ਹਰ ਇੱਕ ਜਿਹੜਾ ਡਿਸਟ੍ਰਿਕਟ ਹੈ ਉਸ ਦੇ ਵਿੱਚ 5000 ਕੈਟਲ ਰੱਖਣ ਦੀ ਕੈਪੈਸਿਟੀ ਦੇ ਸ਼ੈੱਡ ਬਣਨੇ ਸੀਗੇ, ਜਿਹੜੇ ਗਊ ਅਸੈਸ ਦੇ ਪੈਸੇ ਨਾਲ ਇਹ ਬਣਨੇ ਸੀਗੇ। ਬਟ ਅੱਜ ਦੀ ਡੇਟ ਤੱਕ ਕੋਈ ਕਮੇਟੀ ਨਹੀਂ ਬਣੀ ਗਈ, ਕੋਈ ਪੈਸੇ ਦਾ ਯੂਟਿਲਾਈਜੇਸ਼ਨ ਨਹੀਂ ਕੀਤਾ ਗਿਆ, ਜਿਸ ਕਰਕੇ ਇਹ ਜਿਹੜੀ ਸਕੀਮ ਚਲਾਈ ਸੀ ਗਵਰਨਮੈਂਟ ਨੇ ਠੰਡੇ ਬਸਤੇ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਗਊਸ਼ਾਲਾਵਾਂ ਬਣੀਆਂ ਹੋਈਆਂ ਨੇ ਉਹਨਾਂ ਦਾ ਇੰਨਾ ਬੁਰਾ ਹਾਲ ਹੈ। ਅਸੀਂ ਬੜੀ ਜਗ੍ਹਾ ਸਰਵੇ ਕਰਾਇਆ, ਅਸੀਂ ਹੁਸ਼ਿਆਰਪੁਰ ਦੀ ਇੱਕ ਉਦਾਹਰਨ ਦੱਸਦਾ। ਉਹ ਕਹਿੰਦੇ ਨੇ ਕਿ ਜੇ ਗਊ ਇੱਕ ਪਾਸੇ ਬੈਠੀ ਹੈ ਤਾਂ ਇੰਨਾ ਵੀ ਬੰਦਾ ਸਾਡੇ ਕੋਲ ਹੈ ਨਹੀਂ ਹੈ ਕਿ ਉਹਨੂੰ ਉਠਾ ਕੇ ਸਾਈਡ ਤੇ ਕੀਤਾ ਜਾਵੇ, ਇੰਨੇ ਵੀ ਮੁਲਾਜ਼ਮ ਨਹੀਂ ਹੈ। ਡਾਕਟਰ ਕਹਿੰਦੇ ਨੇ ਕਿ 1-2 ਗਈਆਂ ਜਿਹੜੀਆਂ ਮਰਦੀਆਂ ਨੇ, ਸਾਡੇ ਲਈ ਉਹ ਰੂਟੀਨ ਹੈ ਰੋਜ਼ ਦਾ ਮਰਨਾ। ਉਹਨਾਂ ਨੂੰ ਚਾਰਾ ਪਾਣ ਵਾਲਾ ਕੋਈ ਨਹੀਂ, ਦਾਨੀ ਸੱਜਣ ਆ ਕੇ ਜੇ ਚਾਰਾ ਪਾ ਜਾਂਦੇ ਨੇ। ਤੇ ਫਿਰ ਅਜਿਹੇ ਦੇ ਵਿੱਚ ਅਸੀਂ ਜਦੋਂ ਗਊਸ਼ਾਲਾਵਾਂ ਦੀ ਗੱਲ ਕਰਦੇ ਹਾਂ, ਐਸਐਸ ਦੀ ਗੱਲ ਕਰਦੇ ਹਾਂ ਕਿ ਬੜੇ ਵੱਡੇ ਸ਼ੈੱਡ ਪਾਏ ਹੋਏ ਨੇ, ਉਹ ਫਾਇਦਾ ਕੀ ਹੈ ਫਿਰ ਉਸ ਚੀਜ਼ ਦਾ? ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸ ਦਿੰਦਾ, ਸਰਕਾਰ ਦੀ ਮਨਸ਼ਾ ਇੱਥੋਂ ਹੀ ਨਜ਼ਰ ਆਉਂਦੀ ਹੈ। ਪੰਜਾਬ ਦੇ ਵਿੱਚ ਗਊ ਸੇਵਾ ਕਮਿਸ਼ਨ ਬਣਿਆ ਹੋਇਆ ਹੈ, ਅੱਜ ਉਸ ਦਾ ਚੇਅਰਮੈਨ ਲੱਥੇ ਹੋਏ ਨੂੰ 1.5 ਤੋਂ ਉੱਤੇ ਸਾਲ ਹੋ ਗਿਆ। ਸਰਕਾਰ ਦੀ ਇੰਨੀ ਮਨਸ਼ਾ ਨਹੀਂ ਹੈ ਕਿ ਘੱਟੋ ਘੱਟ ਉਸ ਦਾ ਚੇਅਰਮੈਨ ਅਪਾਇੰਟ ਕੀਤਾ ਜਾਏ, ਜਿਹੜਾ ਇਹ ਸਾਰੀ ਚੀਜ਼ ਨੂੰ ਮੋਨੀਟਰਿੰਗ ਕਰ ਸਕੇ ਵੀ ਜਿਹੜਾ ਇਹ ਪੈਸਾ ਆ ਰਿਹਾ ਕਿੱਥੇ ਯੂਟਿਲਾਈਜ਼ ਕਰ ਰਿਹਾ ਹੈ। ਜਿਹੜੀ ਗਊਆਂ ਨੂੰ 5-5000 ਦੇ ਸ਼ੈੱਡ ਤਿਆਰ ਕਰਕੇ ਗਊਆਂ ਨੂੰ ਪੂਰੇ ਪੰਜਾਬ 'ਚੋਂ 22 ਡਿਸਟ੍ਰਿਕਟਾਂ ਤੋਂ ਚੱਕ ਕੇ ਉੱਥੇ ਚਲਾਉਣ ਦੀ ਮੁਹਿੰਮ ਚਲਾਣੀ ਸੀ, ਉਹ ਕੰਮ ਬਿਲਕੁਲ ਹੀ ਗਵਰਨਮੈਂਟ ਨੇ ਫੇਲ ਕਰ ਦਿੱਤਾ ਗਿਆ। ਕਿਸਾਨਾਂ ਨੂੰ ਟ੍ਰੇਨਿੰਗ ਦੇਣੀ ਸੀ, ਜਿਹੜੀ ਗਾਂ ਦੁੱਧ ਦੇਣਾ ਬੰਦ ਕਰ ਦਿੰਦੀ ਹੈ, ਸਾਇੰਟੀਫਿਕਲੀ ਪ੍ਰੂਵ ਹੋ ਚੁੱਕਿਆ ਹੈ, ਜਿਹੜੀ ਗਾਂ ਦੁੱਧ ਦੇਣਾ ਬੰਦ ਕਰ ਦਿੰਦੀ ਹੈ, ਅਗਰ ਉਸਦੇ ਗਊ ਮੂਤਰ ਦਾ ਔਰ ਉਸਦੇ ਗੋਬਰ ਦਾ ਸਦੁਪਯੋਗ ਕਰਦੇ ਹਾਂ ਤਾਂ 5000 ਰੁਪਇਆ ਪ੍ਰਤੀ ਮਹੀਨਾ ਆਪਣਾ ਖਰਚਾ ਕੱਢਣ ਤੋਂ ਬਾਅਦ ਗਾਂ ਕਿਸਾਨ ਨੂੰ ਬਚਾ ਕੇ ਦੇ ਦਿੰਦੀ ਹੈ। ਅਗਰ ਉਹ 5000 ਰੁਪਇਆ ਕਿਸਾਨ ਨੂੰ ਆਣਾ ਸ਼ੁਰੂ ਹੋ ਜਾਂਦਾ ਹੈ ਔਰ ਉਹ ਦੁੱਧ ਨਹੀਂ ਵੀ ਦਿੰਦੀ ਹੈਗਾ, ਤਾਂ ਵੀ ਉਹਨੂੰ ਸੜਕਾਂ ਤੇ ਨਹੀਂ ਛੱਡੇਗਾ। ਐਦਾਂ ਦੇ ਟ੍ਰੇਨਿੰਗ ਪ੍ਰੋਗਰਾਮ ਜਿਹੜੇ ਹੈ ਸਰਕਾਰ ਨੂੰ ਲੈ ਕੇ ਆਣੇ ਪੈਣਗੇ, ਤਾਂ ਕਿ ਜਿਹੜੀ ਕਿਸਾਨ ਇੱਕ ਵਾਰੀ ਮੁਹਿੰਮ ਚਲਾ ਕੇ ਅਸੀਂ ਸੜਕਾਂ ਤੋਂ ਚੱਕ ਕੇ ਗਊਸ਼ਾਲਾ ਤੱਕ ਗਾਂ ਪਹੁੰਚਾ ਦਾਂਗੇ, ਅਗਰ ਇਹ ਗਊ ਸੈਸ ਦਾ ਪੈਸਾ ਇੰਪਲੀਮੈਂਟ ਹੋ ਜਾਂਦਾ ਹੈ ਤਾਂ। ਪਰ ਅੱਗੇ ਤੋਂ ਨਾ ਉਸ ਦੇ ਲਈ ਵੀ ਤਾਂ ਸਾਨੂੰ ਟ੍ਰੇਨਿੰਗ ਦੇਣ ਦੀ ਜ਼ਰੂਰਤ ਹੈ। ਅੱਛਾ ਚਲੋ, ਆਪਣੀ ਸੰਮਤੀ ਬਾਰੇ ਦੱਸੋ, ਤੁਹਾਡਾ ਮੇਨ ਕੰਮ ਕੀ ਹੁੰਦਾ? ਤੁਹਾਡਾ ਗਊ ਗ੍ਰਾਸ ਸੇਵਾ ਸਮਿਤੀ ਹੈ, ਤੁਸੀਂ ਕੀ ਕਰਦੇ ਹੋ? ਜਿਹੜੀ ਗਊ ਗ੍ਰਾਸ ਸੇਵਾ ਸਮਿਤੀ ਹੈ ਲੋਕਾਂ ਨੂੰ ਜਾਗਰੂਕ ਕਰਦੀ ਹੈ। ਜਿਹੜਾ ਸਾਡਾ ਆਪਾਂ ਪਿਛੋਕੜ ਵੱਲ ਜਾਈਏ, ਜਿਹੜਾ ਅੱਜ ਅਸੀਂ ਕਹਿ ਰਹੇ ਸੜਕਾਂ ਤੇ ਗਾਵਾਂ ਆ ਰਹੀਆਂ, ਜਿੱਦਾਂ ਚਾਵਲਾ ਸਾਹਿਬ ਨੇ ਵੀ ਦੱਸਿਆ ਵੀ 6-7 ਸੂਏ ਜਿਹੜੀ ਗਾਂ ਹੁੰਦੀ ਹੈ ਉਸ ਤੋਂ ਬਾਅਦ ਉਹ ਦੁੱਧ ਦੇਣਾ ਬੰਦ ਕਰ ਦਿੰਦੀ ਹੈ, ਜਦਕਿ ਜਿਹੜੀ ਸਾਹੀਵਾਲ ਸਾਡੀ ਗਾਂ ਸੀ ਉਸਦੀ ਜਿਹੜੀ ਐਵਰੇਜ ਏਜ ਸੀ 20 ਤੋਂ 25 ਸਾਲ ਸੀਗੀ ਔਰ ਉਹ 15 ਤੋਂ 16 ਸੂਏ ਦੁੱਧ ਦਿੰਦੀ ਸੀਗੀ। ਮਤਲਬ ਲਾਈਫ ਟਾਈਮ ਦਾ 80% ਹਿੱਸਾ ਉਹ ਦੁੱਧ ਦਿੰਦੀ ਸੀਗੀ, ਇਸ ਲਈ ਉਹ ਸੜਕਾਂ ਤੇ ਨਹੀਂ ਆਉਂਦੀ ਸੀ। ਉਸਦਾ ਦੁੱਧ ਜਿਹੜਾ ਹੈ A2 ਮਿਲਕ ਹੈ, ਜਿਹੜਾ ਜਰਸੀ ਗਾਂ ਦਾ ਦੁੱਧ ਹੈ A1 ਮਿਲਕ ਹੈ। ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਵੀ ਜਿਹੜਾ A1 ਮਿਲਕ ਹੈ ਉਸ ਦਾ ਕੀ ਨੁਕਸਾਨ ਹੈ, A2 ਮਿਲਕ ਹੈ ਉਸ ਦਾ ਕੀ ਫਾਇਦਾ, ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ ਸੀਗੇ। BCM7 ਨਾਂ ਦਾ ਜਿਹੜਾ ਤੱਤਵ ਹੈ A1 ਮਿਲਕ ਜਰਸੀ ਗਾਂ ਦੇ ਦੁੱਧ ਦੇ ਵਿੱਚ ਪਾਇਆ ਜਾਂਦਾ ਹੈ। ਅੱਜ ਦੀ ਡੇਟ ਦੇ ਵਿੱਚ ਹਾਈਪਰਟੈਂਸ਼ਨ ਦੀ ਪ੍ਰੋਬਲਮ, ਕੈਂਸਰ ਦੀ ਪ੍ਰੋਬਲਮ, ਹਾਰਟ ਅਟੈਕ ਦੀ ਪ੍ਰੋਬਲਮ ਦਾ ਇਹ ਮੂਲ ਕਾਰਨ ਹੈ ਦੁੱਧ। ਚਲੋ ਮੈਂ ਇੱਕ ਮਿੰਟ ਵਾਪਸ ਆਣਾ, ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਵੀ ਸਾਡੀ ਚਰਚਾ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਸੜਕਾਂ ਤੇ ਆਵਾਰਾ ਮੌਤ ਹੀ ਕਹਾਂਗਾ ਕਿ ਦੌੜ ਰਹੀ ਹੈ, ਕਿਉਂਕਿ ਲਗਾਤਾਰ ਮੌਤਾਂ ਹੋ ਰਹੀਆਂ ਨੇ ਤੇ ਸਰਕਾਰ ਨਕੇਲ ਪਾਉਣ ਨੂੰ ਅੱਗੇ ਨਹੀਂ ਆ ਰਹੀ। ਨਕੇਲ ਪਾਏਗਾ ਕੌਣ ਇਸ ਮੌਤ ਤੇ? ਹਾਂਜੀ ਧਾਰਨੀ ਸਾਹਿਬ, ਕੁਝ ਹੈਡ ਆਨ ਕਰਨਾ ਚਾਹੁੰਦੇ? ਦੇਖੋ, ਮੇਰਾ ਜਿਹੜਾ ਵਾਸਤਾ ਹੈਗਾ ਬਹੁਤ ਪਾਸੇ ਹੈਗਾ, ਕਿਉਂਕਿ ਮੈਂ ਵਕੀਲ ਹੋਣ ਦੇ ਨਾਲ ਮੈਂ ਇੱਕ ਕਿਸਾਨ ਵੀ ਹਾਂ, ਮੈਂ ਮੱਝਾਂ ਦਾ ਡੇਅਰੀ ਫਾਰਮ ਵੀ ਕਰਿਆ ਹੈਗਾ, ਸਾਰਾ ਕੁਝ। ਜਿਸ ਟਾਈਮ ਤੇ ਇਹਨਾਂ ਨੇ HF ਗਾਵਾਂ ਵੇਚਣੀਆਂ ਸੀ, ਉਸ ਟਾਈਮ ਇਹ ਆਪਣੇ ਲੋਕਾਂ ਨੂੰ ਜਿਹੜਾ ਹੈਗਾ ਬਾਹਰਲੇ ਕੰਟਰੀਜ਼ ਦੇ ਵਿੱਚ ਭੇਜਦੇ ਸੀ, ਉੱਥੇ ਤੋਂ ਲਿਆ ਕੇ ਇਹ ਜੀ ਗਾਂ ਜਿਹੜੀ ਹੈਗੀ ਆ ਤੁਹਾਨੂੰ 50-50 ਲੀਟਰ ਦੁੱਧ ਦਿਆ ਕਰੂਗੀ, 60-60 ਲੀਟਰ ਦੁੱਧ ਦਿਆ ਕਰੂਗੀ। ਔਰ ਮੈਂ ਤੁਹਾਨੂੰ ਦੱਸਦਾ ਕਿ ਤਰਾਸਦੀ ਇਹਨਾਂ ਸਰਕਾਰਾਂ ਦੀ ਜਿਹੜੀ ਹੈਗੀ ਆ। ਦੇਖੋ, ਮੈਂ ਅੱਜ ਸਰਕਾਰ ਉਹਦੇ ਤੋਂ ਉੱਤੇ ਉੱਠ ਕੇ ਗੱਲ ਕਰ ਰਿਹਾ ਹੈਗਾ। ਇੱਕ ਗਾਂ ਦਾ ਜਿਹੜਾ ਬੱਚਾ ਹੈਗਾ ਉਸ ਨੂੰ 8 ਮਹੀਨੇ ਦੇ, ਦੇਖੋ 9 ਮਹੀਨੇ ਦਾ ਪੀਰੀਅਡ ਹੈਗਾ ਉਹਦਾ ਜਿਹੜਾ ਹੈਗਾ, ਜਿਹਦੇ 'ਚ ਉਹ ਮਤਲਬ ਬੱਚਾ ਪ੍ਰੋਡਿਊਸ ਕਰ ਦਿੰਦੀ ਹੈਗੀ ਆ।
8 ਮਹੀਨੇ ਦੇ ਨੂੰ ਉਹਨੂੰ ਜਿਹੜਾ ਹੈਗਾ ਨਵੇਂ ਦੁੱਧ ਕਰ ਦਿੰਦੇ ਹੈਗੇ, ਔਰ 1.5 ਸਾਲ ਦੀ ਬੱਚੀ ਨੇ ਜਿਹੜੀ ਨੇ ਸੂਪ ਪੈਣਾ ਹੈਗਾ ਇੱਕ ਬਚਪਨ ਦੇ ਵਿੱਚ, ਔਰ ਉਸ ਦੇ ਅੰਦਰੋਂ ਤੁਸੀਂ 50-50 ਕਿਲੋ ਦੁੱਧ ਕੱਢ ਰਹੇ ਹੈਗੇ ਆ। ਕਿੰਨੀ ਦੇਰ ਉਹ ਕੱਢੂਗੀ, ਕਿੰਨਾ ਕੁਛ ਉਹਦੇ ਅੰਦਰ ਕੀ ਮੋਟਰ ਲੱਗੀ ਵੀ ਆ, 50 ਕਿਲੋ ਦਾ ਪਾਣੀ ਨਹੀਂ ਪੀਂਦੀ ਹੋਣੀ। ਉਸ ਟਾਈਮ ਤਾਂ ਇਹਨਾਂ ਨੇ ਕਿਸਾਨਾਂ ਨੂੰ ਬੇਵਕੂਫ ਬਣਾਇਆ ਇਸ ਪਾਸੇ ਨੂੰ, ਬਾਈ ਜੀ ਤੁਸੀਂ ਜੀ ਆਹ ਲਿਆਓ, ਗਾਂ ਲਿਆਓ, ਆਹ ਗਾਂ ਤੁਹਾਡੀ ਜਿਹੜੀ ਹੈਗੀ ਆ ਹਾਲਤ ਨੂੰ ਸੁਧਾਰਨਗੇ, ਫਲਾਣਾ ਕਰਨਗੇ। ਅੱਜ 2 ਤਰੀਕੇ ਆ, ਸੋਚਣ ਵਾਲੀ ਗੱਲ ਇਹ ਹੈਗੀ ਆ ਕਿ ਗਾਂ ਕਿਹੜੀ ਜਿਹੜੀ ਹੈਗੀ ਆ ਧਾਰਮਿਕ ਤੌਰ ਤੇ ਸਾਨੂੰ ਜਿਹੜੀ ਹੈਗੀ ਆ ਪੂਜਾਯੋਗ ਪ੍ਰਵਾਨ ਹੈਗੀ ਆ। ਇੱਥੇ ਆਪਣੇ ਕੁਝ ਦਿਨ ਪਹਿਲਾਂ ਹਿੰਦੂ ਵਿਸ਼ਵ ਪਰਿਸ਼ਦ ਦੇ ਉਹ ਬੈਠੇ ਸੀ, ਉਹਨਾਂ ਨੇ ਕਿਹਾ ਕਿ ਦੇਸੀ ਗਾਂ ਜਿਹੜੀ ਹੈਗੀ ਆ ਸਾਡੀ ਗਊ ਮਾਤਾ ਹੈਗੀ ਆ, ਦੂਜੀ ਸਾਡੀ ਗਊ ਮਾਤਾ ਨਹੀਂ ਹੈਗੀ। ਤੇ ਫਿਰ ਜੇ ਦੂਜੀਆਂ ਗਊ ਮਾਤਾਵਾਂ ਨੂੰ ਕੋਈ ਟਰੱਕਾਂ ਦੇ ਵਿੱਚ ਚੜਾ ਕੇ ਲਿਜਾ ਰਿਹਾ ਔਰ ਸਾਰਾ ਕੁਝ ਠੀਕ ਕਰ ਰਿਹਾ ਹੈਗਾ, ਫਿਰ ਕਿਸੇ ਨੂੰ ਕਿਉਂ ਆਬਜੈਕਸ਼ਨ ਹੈਗਾ? ਕਿਉਂ ਇਸ ਤਰ੍ਹਾਂ ਦੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ? ਪਹਿਲਾਂ ਜਿਹੜੀਆਂ ਇਹ ਗੱਲਾਂ ਜਿਹੜੀਆਂ ਥਿਓਰੈਟੀਕਲ ਕਰ ਰਹੇ ਆ ਨਾ, 5000 ਰੁਪਇਆ ਦਊਗਾ, ਕਿਸਾਨਾਂ ਦੀ ਹਾਲਤ ਦੇਖੋ ਤੁਸੀਂ, ਜਿਹੜੀ ਮਾੜੀ ਮੋਟੀ ਰੋਟੀ ਖਾਣ ਲੱਗਦਾ ਉਧਰ ਹੜ੍ਹ ਨੇ ਆ ਕੇ ਖਤਮ ਕਰਤਾ। 5000 ਰੁਪਇਆ ਤੁਸੀਂ ਕਹਿੰਦੇ ਆ ਗਾਂ ਤੇ ਬਚਾ ਲੂਗਾ, ਉਹ ਘਰ ਦਾ ਉਹਦਾ ਦੁੱਧ ਨਹੀਂ ਚੱਲਦਾ ਹੈਗਾ ਜੀ, ਬੁਰੇ ਹੀ ਉਹਨਾਂ ਦੀ ਹਾਲਤ ਹੋਈ ਪਈ ਆ, ਲੋਨ ਨਾਲ ਮਰ ਰਹੇ ਆ, ਕਰਜ਼ਿਆਂ ਦੇ ਵਿੱਚ ਡੁੱਬੇ ਪਏ ਆ, ਰੋਜ਼ ਉਹ ਆਤਮ ਹੱਤਿਆ ਕਰ ਰਹੇ ਆ, ਜਿਹੜੇ ਬਚ ਜਾਂਦੇ ਹੈਗੇ ਉਹਨਾਂ ਨੂੰ ਗਾਂ ਮਾਰ ਦਿੰਦੀਆਂ ਹੈਗੀਆਂ। ਗੱਲ ਤਾਂ ਸਵਾਲ ਤਾਂ ਇਹ ਹੈ ਨਾ ਕਿ ਤੇਰਾ ਸਵਾਲ ਇਹ ਚੁੱਕਦੀਆਂ ਨੇ ਕਿ ਇਧਰਲੀ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਹੈਗੇ ਕਿਸਾਨ ਨੇ ਜਾਨਵਰ ਲਿਆ ਤੇ ਜਾਨਵਰ ਜਦ ਤੱਕ ਤੁਹਾਨੂੰ ਫੀਡ ਦੇ ਰਿਹਾ, ਜਦ ਤੱਕ ਤੁਹਾਨੂੰ ਦੁੱਧ ਦੇ ਰਿਹਾ, ਤਦ ਤੱਕ ਤੁਹਾਡਾ ਹੈ, ਉਸ ਤੋਂ ਬਾਅਦ ਫਿਰ ਕਿਹਦਾ? ਬਿਲਕੁਲ ਬਿਲਕੁਲ, ਮੈਂ ਉਹਦਾ ਜਵਾਬ ਦੇਣ ਲੱਗਿਆ ਜੀ। ਇਹਨੂੰ ਵੀ ਹੁਣ 2 ਤਰ੍ਹਾਂ ਕਰ ਲਓ। ਇੱਕ ਹੈਗੇ ਆ ਜਿਹੜੀ ਆਮ ਕਿਸਾਨ ਦੇ ਕੋਲ ਗਾਂ ਹੈਗੀ ਆ, ਇੱਕ ਹੈਗੀ ਆ ਡੇਅਰੀ ਫਾਰਮਿੰਗ। ਉਹ ਡੇਅਰੀ ਫਾਰਮਿੰਗ ਤੁਸੀਂ ਇਹ ਨਾ ਕਹੋ ਵੀ ਕਿਸਾਨ ਕੋਲ ਹੈਗੀ ਆ, ਡੇਅਰੀ ਫਾਰਮਿੰਗ ਕਿਸੇ ਵੀ ਬਿਜ਼ਨਸਮੈਨ ਕੋਲ, ਕਿਸੇ ਵੀ ਜਿਹੜਾ ਹੈਗਾ ਕਮਰਸ਼ੀਅਲ ਬੰਦੇ ਕੋਲ ਹੈਗੀ ਆ। ਉਹ ਜਿਹੜਾ ਹੈਗਾ ਉਹ ਕੱਢਦਾ, ਨਿਚੋੜ ਕੇ ਵਿੱਚੋਂ ਦੁੱਧ ਕੱਢਦਾ ਹੈਗਾ। ਦੂਜੀ ਗੱਲ ਇਹਨਾਂ ਨੇ ਜਿਹੜੀ ਕੀਤੀ ਸੀ, ਦੇਖੋ ਜਿਹੜੀ ਜਿੱਥੋਂ ਤੱਕ ਜਿਹੜੀ ਆਪਾਂ ਜੇ ਗੱਲ ਕਰੀਏ ਨਾ ਪੈਸੇ ਦੀ, ਸੈਸ ਦੀ, ਸੈਸ ਬਿਜਲੀ ਬੋਰਡ ਕੋਲ ਕਿੰਨਾ ਇਕੱਠਾ ਹੋਇਆ ਪਿਆ। ਕੋਈ ਸਰਕਾਰਾਂ, ਕੋਈ ਕੋਰਟਾਂ, ਮੈਂ ਅੱਜ ਕੋਰਟ ਨੂੰ ਵੀ ਵਿੱਚ ਇਹ ਗੱਲ ਕਹਿ ਰਿਹਾ, ਕੋਰਟ ਨੇ ਚੱਕ ਕੇ ਸਟੇ ਕਰਤੀ, ਪੈਸਾ ਉਹਨਾਂ ਦੇ ਕੋਲ ਪਿਆ ਹੈਗਾ, ਉਹ ਕਹਿੰਦੇ ਪਰ ਇਹਨੂੰ ਤੁਸੀਂ ਖਰਚ ਨਹੀਂ ਸਕਦੇ, ਯੂਜ਼ ਕਰ ਨਹੀਂ ਸਕਦੇ, ਯੂਜ਼ ਤੁਸੀਂ ਕਰ ਨਹੀਂ ਸਕਦੇ। ਸੋ ਇਸ ਕਰਕੇ ਮਤਲਬ ਇਹ ਸਾਰੀਆਂ ਗੱਲਾਂ ਨਾ ਜਿਹੜੀਆਂ ਹਾਂਜੀ ਚਾਵਲਾ ਸਾਹਿਬ ਦੇਖੋ ਡਿਬੇਟ ਅਸੀਂ ਸਹੀ ਗੱਲ ਹੈ ਕਿ ਅਸੀਂ ਪੰਜਾਬ ਤੇ ਚੰਡੀਗੜ੍ਹ ਦੇ ਨੁਮਾਇੰਦੇ ਬੈਠੇ ਆ, ਲੋਕਾਂ 'ਚ ਵਿਚਰਨ ਵਾਲੇ। ਇਹ ਕੋਈ ਸਮੱਸਿਆ ਹਾਲਾਂਕਿ ਮੇਰੇ ਲਈ ਬਹੁਤ ਸੌਖਾ ਹੈ ਜਿਹੜੀ ਲਾਈਨ ਫੜੀ ਹੋਈ ਹੈ ਕਿ ਅੱਜ ਚੰਡੀਗੜ੍ਹ 'ਚ ਬੀਜੇਪੀ ਦੀ ਕਾਰਪੋਰੇਸ਼ਨ ਰੂਲਡ ਹੈਗੀ, ਮੈਂ ਕਾਂਗਰਸ ਤੋਂ ਆ, ਮੈਂ ਵੀ ਚਾਹਾਂ ਤੇ ਉਹਨਾਂ ਤੇ ਬਲੇਮ ਸੁੱਟ ਕੇ ਇਸ ਗੱਲ ਨੂੰ ਕਹਿ ਦਿਆਂ ਜੀ ਅੱਜ ਉਹ ਜ਼ਿੰਮੇਵਾਰ ਹੈ। ਕਿ ਇਹ ਪ੍ਰੋਬਲਮ ਇਕੱਲੀ ਪੰਜਾਬ ਤੇ ਚੰਡੀਗੜ੍ਹ ਦੀ ਹੈ? ਇਸ ਟਾਈਮ ਇਹ ਪ੍ਰੋਬਲਮ ਪੂਰੇ ਦੇਸ਼ ਦੀ ਬਣੀ ਹੋਈ ਹੈ। ਤੁਸੀਂ ਯੂਪੀ ਦਾ ਹਾਲ ਦੇਖੋ ਕੀ ਹੋਇਆ। ਯੂਪੀ ਦੇ ਵਿੱਚ ਪਹਿਲਾਂ ਗਵਰਨਮੈਂਟ ਆਈ, ਪਹਿਲਾਂ ਉਹ ਗੌਰਕਸ਼ਾ ਵਾਲੀ ਗੱਲ ਕੀਤੀ ਜਿਹੜੀ ਮਾੜੀ ਮੋਟੀ ਸੀ, ਉਹਨਾਂ ਨੇ ਉੱਥੇ ਸਲਾਟਰ ਹਾਊਸ ਵੀ ਬੰਦ ਕਰਾਤੇ। ਅੱਜ ਯੂਪੀ ਬਿਹਾਰ ਦੀ ਹਾਲਤ ਇਹ ਹੋਈ ਹੈ ਕਿ ਲੋਕ ਆਪਣੇ ਖੇਤਾਂ ਦੇ ਵਿੱਚ ਠੀਕਰੀ ਪੈਰਾ ਲਗਾ ਰਹੇ ਆ ਕਿ ਸਾਡੇ ਕਿਤੇ ਅਵਾਰਾ ਪਸ਼ੂ ਸਾਡੇ ਖੜੀ ਫਸਲ ਨੂੰ ਤਾਂ ਨਾ ਖਰਾਬ ਕਰ ਦੇਣ। ਮੈਂ ਤੁਹਾਨੂੰ ਆਪਣੇ ਮੇਅਰ ਦਾ ਇੱਕ ਤਜਰਬਾ ਦੱਸਣਾ ਚਾਹੁੰਦਾ, ਜ਼ਰੂਰ ਦਰਸ਼ਕਾਂ ਤੱਕ ਵੀ ਪਹੁੰਚ ਜਾਏ। ਮੈਂ ਜਦੋਂ ਮੇਅਰ ਬਣਿਆ ਮੈਨੂੰ 4-5 ਦਿਨ ਹੋਏ ਸੀ, ਮੈਂ ਸਰਕਾਰੀ ਗੱਡੀ ਜਾ ਰਿਹਾ ਸੀ, ਮੇਰੇ ਅੱਖਾਂ ਦੇ ਸਾਹਮਣੇ ਇੱਕ ਨਵੀਂ ਵਿਆਹੀ ਕੁੜੀ ਲਾਲ ਸੂਟ ਪਾਇਆ ਆ, ਉਸ ਦੇ ਅੱਗੇ ਸਾਂਢ ਆ ਗਿਆ, ਉਸਨੇ ਲਾਲ ਕੱਪੜੇ ਦੇਖ ਕੇ ਉਹਦੇ ਸਿੰਗ ਮਾਰਿਆ, ਚੂੜਾ ਉਹਦੇ ਪਾਇਆ, ਮੇਰੇ ਸਾਹਮਣੇ ਕੁੜੀ ਦੀ ਡੈਥ ਹੋਈ। ਮੈਂ ਕਈ ਦਿਨ ਸੌ ਨਹੀਂ ਸਕਿਆ ਔਰ ਮੈਂ ਇਹ ਮੰਚ ਧਾਰ ਲਿਆ ਸੀ ਕਿ ਮੈਂ ਚੰਡੀਗੜ੍ਹ 'ਚੋਂ ਇਸ ਨੂੰ ਪ੍ਰੋਬਲਮ ਨੂੰ ਹੱਲ ਕਰਨਾ ਹੈ। ਸਾਰਾ ਕੁਝ ਦੇਖਣ ਤੋਂ ਬਾਅਦ ਮੈਂ ਕਮ ਸੇ ਕਮ 1000 ਕਿਲੋਮੀਟਰ ਟਰੈਵਲ ਕਰਕੇ ਦਿੱਲੀ, ਹਰਿਆਣਾ, ਫਿਰ ਜਾ ਕੇ ਅਖੀਰ ਨੂੰ ਮੈਨੂੰ ਬਰਸਾਣੇ ਦੇ ਵਿੱਚ ਜਾ ਕੇ ਇੱਕ ਸੰਤ ਮਿਲੇ, ਉਹਨਾਂ ਨੇ ਕਿਹਾ ਜੀ ਸਾਰੀਆਂ ਗਾਵਾਂ ਜਿਹੜੀਆਂ ਤੁਸੀਂ ਚੰਡੀਗੜ੍ਹ ਦੀਆਂ ਇਕੱਠੀਆਂ ਕਰਕੇ ਭੇਜ ਦਿਓ। ਅਸੀਂ 17 ਟਰੱਕ ਗਾਈਆਂ ਦੇ ਲੋਡ ਕੀਤੇ ਇੱਥੋਂ, ਹਰਿਆਣਾ ਗੌਰਮੈਂਟ ਨੂੰ ਆਫੀਸ਼ੀਅਲੀ ਇਨਫੋਰਮ ਕੀਤਾ, ਚੰਡੀਗੜ੍ਹ ਪੁਲਿਸ ਦੀਆਂ ਜਿਪਸੀਆਂ ਨਾਲ ਲਈਆਂ। ਜਦੋਂ ਅਸੀਂ ਜੀਨ ਦੇ ਕੋਲ ਪਹੁੰਚੇ ਜਾ ਕੇ ਉੱਥੇ ਗੌਰਕਸ਼ਕਾਂ ਨੇ ਇੱਕ ਟਰੱਕ ਘੇਰ ਲਏ, 17 ਦੇ ਵਿੱਚੋਂ 10 ਟਰੱਕਾਂ ਨੂੰ ਅੱਗ ਲਗਾਤੀ, ਰੱਸੇ ਕੱਟ ਕੇ ਗਾਈਆਂ ਖੋਲ ਦਿੱਤੀਆਂ ਗਈਆਂ। ਉਸ ਤੋਂ ਬਾਅਦ ਸਾਡਾ ਇੱਕ ਡਰਾਈਵਰ ਮਾਰਤਾ ਗਿਆ। ਉਹ ਦਿਨ ਤੋਂ ਬਾਅਦ ਸਾਡੇ ਚੰਡੀਗੜ੍ਹ ਦੇ ਕੈਟਲ ਜਿਹੜੇ ਕੈਚਰ ਸੀ ਉਹਨਾਂ ਨੇ ਗਾਂ ਫੜਨੀਆਂ ਬੰਦ ਕਰਤੀਆਂ। ਫਿਰ ਤੁਸੀਂ ਦੱਸੋ ਇੱਕ ਮੇਅਰ ਜਿਹਦੇ ਉੱਤੇ ਫਿਰ ਜਾ ਕੇ ਕੀ ਹੋਇਆ, ਬਜਾਏ ਇਸ ਗੱਲ ਦੇ ਉੱਤੇ ਵਿਰੋਧੀ ਪਕਸ਼ ਨੇ ਉਸ ਨੂੰ ਹਿੰਦੂ ਐਂਗਲ ਦੇ ਦਿੱਤਾ ਕਿ ਜੀ ਰਸਤਾ ਗਲਤ ਲੈ ਗਏ ਜੀ, ਉਧਰੋਂ ਜਾਣਾ ਨਹੀਂ ਚਾਹੀਦਾ ਸੀ। ਹਰਿਆਣਾ ਤਾਂ ਕੋਈ ਮੁਸਲਿਮ ਡੋਮੀਨੇਟਡ ਸਟੇਟ ਨਹੀਂ ਸੀ, ਉਹ ਮਾਰਨ ਵਾਲੇ ਕੋਈ ਮੁਸਲਿਮ ਤਾਂ ਨਹੀਂ ਸੀਗੇ। ਮੇਅਰ ਰਿਜ਼ਾਈਨ ਕਰੇ, ਮੇਅਰ ਦੇ ਦਫ਼ਤਰ ਦੇ ਬਾਹਰ ਧਰਨੇ, ਮੇਅਰ ਦੇ ਪੁਤਲੇ। ਜਦੋਂ ਕਿਸੇ ਦੇ ਘਰ, ਸਾਡੇ ਅਸੀਂ ਪਰਿਵਾਰਾਂ ਵਾਲੇ ਹਾਂ, ਅਸੀਂ ਵੀ ਗਊ ਨੂੰ ਉਹਨਾਂ ਕੀ ਧਾਰਮਿਕ ਮੰਨ ਕੇ ਚੱਲਦੇ ਹਾਂ। ਜੇ ਅੱਜ ਮੈਂ 20 ਵਾਰੀ ਚੰਡੀਗੜ੍ਹ ਦੇ ਵਿੱਚ ਗਊ ਨੂੰ ਐਕਸੀਡੈਂਟ ਕਰਕੇ ਟਰੱਕ ਮਾਰ ਕੇ ਸੁੱਟ ਕੇ ਚਲੇ ਜਾਂਦਾ, ਜ਼ਖਮੀ ਪਈ ਹੈ,
ਮੈਂ ਕੋਈ ਤਾਂ ਕੋਈ ਨਹੀਂ ਆਉਂਦਾ, ਤਾਂ ਮੈਂ ਗਊ ਚੰਡੀਗੜ੍ਹ ਦਾ ਰਕਸ਼ਕ ਕੋਈ ਦੇਖਿਆ। ਕੋਈ ਕਿਸੇ ਪਾਰਟੀ ਦਾ ਲੀਡਰ ਨਹੀਂ ਵੇਖਿਆ ਜਾ ਕੇ ਜਿਹੜੇ ਗਊ ਰਕਸ਼ਕ ਦੀ ਗੱਲ ਕਰਦੇ ਆ, ਬੁਰਾ ਨਾ ਮੰਨਿਓ ਕਿ ਜਾ ਕੇ ਇਹਨੂੰ ਚੱਕ ਕੇ ਅਸੀਂ ਟਰੱਕ 'ਚ ਪਾ ਕੇ ਜਾ ਕੇ ਇਹਨੂੰ ਹਸਪੀਟਲ ਛੱਡ ਆਈਏ ਜਾਂ ਇਹਦੀ ਪੱਟੀ ਕਰਾ ਦਈਏ। ਨਾਲੇ ਵੱਡੀ ਗੱਲ ਇਹ ਹੈ, ਇਹ ਚੀਜ਼- ਨਾਲੇ ਇਸ ਤੋਂ ਵੀ ਵੱਡੀ ਗੱਲ ਹੈ, ਲੋਕਾਂ ਦੇ ਵਿੱਚ ਗੁੱਸਾ ਗਿਲਾ ਕੀ ਹੈਗਾ, ਸੋਸ਼ਲ ਮੀਡੀਆ ਤੇ ਵੀ ਅਸੀਂ ਦੇਖਦੇ ਹਾਂ ਕਿ ਜੇ ਤੁਸੀਂ ਗਊ ਨੂੰ ਮਾਂ ਸਮਝਦੇ ਹੋ, ਗਊ ਨੂੰ ਪੂਜਦੇ ਹੋ, ਤੇ ਜਦੋਂ ਤੁਹਾਡੀ ਗਊ ਕਿਸੇ ਨੂੰ ਹਾਨੀ ਪਹੁੰਚਾਉਂਦੀ ਹੈ, ਕਿਸੇ ਦਾ ਨੁਕਸਾਨ ਕਰਦੀ ਹੈ, ਮੌਤ ਕਰਦੀ ਹੈ ਕਿਸੇ ਦੀ, ਤਾਂ ਉਹਦੀ ਜ਼ਿੰਮੇਵਾਰੀ ਫਿਰ ਤੁਸੀਂ ਲਓ ਨਾ। ਨਹੀਂ, ਮੈਂ ਇੱਕ ਛੋਟੀ ਜਿਹੀ ਗੱਲ ਹੋਰ ਐਡ ਕਰਨਾ ਚਾਹੁੰਦਾ। ਇਹ ਤਾਂ ਇੱਕ ਪਹਿਲੂ ਮੈਂ ਤਾਂ ਤੁਹਾਡੇ ਦੂਜੇ ਪਾਸੇ ਪੋਜ਼ਿਟਿਵ ਪਹਿਲੂ ਇਹਨਾਂ ਨੂੰ ਦੱਸਣਾ ਚਾਹੁੰਦਾ। ਸਾਡੇ ਜਿੰਨੇ ਕੈਟਲ ਪਾਉਂਡ ਆ ਉਹਨਾਂ ਦੇ ਵਿੱਚ ਐਵਰੇਜ 1 2 3 ਹੁੰਦੀਆਂ 올ਡ ਏਜ ਕਰਕੇ ਹੋ ਜੋ ਬਿਮਾਰ ਹੋ ਕੇ ਮਰ ਗਈਆਂ। ਅਸੀਂ ਉਹਨਾਂ ਦਾ ਇੱਕ ਕਾਨੂੰਨ ਬਣਾਇਆ ਚੰਡੀਗੜ੍ਹ 'ਚ, ਹਰ ਗਊ ਦਾ ਪੋਸਟਮਾਰਟਮ ਕਰਾਉਣਾ ਹੈ। ਤੁਸੀਂ ਹੈਰਾਨ ਹੋ ਜਾਓਗੇ, ਪੋਸਟਮਾਰਟਮ ਜਦੋਂ ਗਾਂ ਦੇ ਕਰਾਇਆ ਉਹਦੇ ਅੰਦਰੋਂ ਸਾਨੂੰ 35 40 ਕਿਲੋ ਪੋਲੀਥੀਨ ਮਿਲਿਆ। ਅੰਡੇ ਮਿਲੇ, ਕਿਉਂਕਿ ਜਦੋਂ ਕੋਈ ਆਟਾ ਸੁੱਟਦਾ ਹੈ ਘਰ ਤੋਂ ਲਿਆ ਕੇ, ਉਹਦੇ ਵਿੱਚ ਅੰਡਾ ਮੀਟ ਦੇ ਪੀਸ ਸਾਰੇ ਉਹਦੇ ਪਾਉਂਦੇ, ਗਾਂ ਨੂੰ ਭੁੱਖ ਲੱਗੀ ਉਹਨੇ ਐਜ਼ ਇਟ ਇਜ਼ ਖਾ ਲਿਆ ਅੰਦਰ। ਅਗਰ ਅਸੀਂ ਉਹਨੂੰ ਗਊ ਮਾਤਾ ਮੰਨ ਕੇ ਚੱਲਦੇ ਆ, ਕਿਆ ਫਿਰ ਸਾਡਾ ਇਹ ਧਰਮ ਬਣਦਾ ਕਿ ਉਹ ਜਾ ਕੇ ਕੂੜੇ ਦੇ ਢੇਰ ਦੇ ਉੱਤੇ ਜਾ ਕੇ ਉਹ ਗੰਦ ਖਾਵੇ, ਜਿਹਨੂੰ ਅਸੀਂ ਧਾਰਮਿਕ ਐਂਗਲ ਮੰਨਦੇ ਆ। ਮੈਂ ਇਹਦੇ 'ਚ ਇੱਕ ਗੱਲ ਹੋਰ ਕਹਿਣੀ ਚਾਹਾਂਗਾ, ਬੜੀ ਗੱਲ ਹੋਈ ਹੈ, ਇਹਨਾਂ ਨੇ ਕਿਹਾ ਹੈ ਗਊ ਰਕਸ਼ਾ ਵਾਲਿਆਂ ਨੇ ਕੋਈ ਸਾਇੰਟੀਫਿਕ ਆਧਾਰ ਤੋਂ ਬਗੈਰ ਆਪਾਂ ਜੋ ਮਰਜ਼ੀ ਕਹਿ ਦਈਏ, ਮੇਰਾ ਵਿਸ਼ਵਾਸ ਹੋ ਸਕਦਾ, ਵਿਗਿਆਨ ਨਹੀਂ ਆ ਉਹ। ਵਿਗਿਆਨ ਤੇ ਵਿਸ਼ਵਾਸ 'ਚ ਅੰਤਰ ਹੈ। ਵਿਸ਼ਵਾਸ ਮੈਂ ਜੋ ਮਰਜ਼ੀ ਰੱਖ ਸਕਦਾ, ਪਰ ਮੈਂ ਵਿਗਿਆਨ ਦੇ ਤੌਰ ਤੇ ਪ੍ਰਚਾਰ ਨਹੀਂ ਗਲਤ ਕਰ ਸਕਦਾ। ਨਾ ਮੈਨੂੰ ਕੋਈ ਅਧਿਕਾਰ ਹੈ ਇਸ ਗੱਲ ਦਾ ਵੀ ਇੰਨੇ ਕਿਲੋ ਦੁੱਧ ਹੁੰਦੀ ਹੈ ਜੀ, ਇੱਥੇ ਜਰਸੀ ਗਊ ਦਾ ਆਹ ਹੁੰਦਾ ਜੀ, ਇਹਦਾ ਇਹ ਹੁੰਦਾ। ਪਹਿਲੀ ਗੱਲ, ਕਿਸਾਨਾਂ ਨੇ ਜੇ ਪੈਸਟੀਸਾਈਡ ਇਨਸੈਕਟੀਸਾਈਡ ਯੂਜ਼ ਕਰਨੇ ਸ਼ੁਰੂ ਕਰੇ, ਮਾਡਰਨ ਐਗਰੀਕਲਚਰ ਸ਼ੁਰੂ ਕਰੀ, ਇਹ ਕਿਸਾਨ ਨੇ ਨਹੀਂ ਕਰੀ, ਇਹ ਐਗਰੀਕਲਚਰ ਸਾਇੰਟਿਸਟਾਂ ਨੇ ਕਰਵਾਈ। ਇਹ ਪੂਰੇ ਦੇਸ਼ ਦੇ ਵਿੱਚ ਹੋਈ ਹੈ। ਅੱਜ ਕਿਉਂਕਿ ਦੇਸ਼ ਝੂਠਾ ਫੜ ਕੇ ਅਨਾਜ ਵਾਸਤੇ ਜਾਂਦਾ ਸੀ, ਅਸੀਂ ਅੱਜ ਵੀ ਬੰਦ ਕਰ ਦਈਏ। ਜਿਹੜੇ ਕਹਿੰਦੇ ਨਾ ਵੀ ਬੜੀ ਆਰਗੈਨਿਕ ਖੇਤੀ ਨਾਲ, ਇਹ ਆਰਗੈਨਿਕ ਖੇਤੀ ਨਾਲ 1 ਕਰੋੜ 30 ਲੱਖ ਲੋਕਾਂ ਦਾ ਪੇਟ ਭਰ ਕੇ ਖਾ ਦੇਣਾ, ਇਹ ਕਹਿਣ ਦੀਆਂ ਗੱਲਾਂ ਨੇ। ਕਹਿਣਾ ਬੜਾ ਸੌਖਾ ਹੈ ਵੀ ਜਿਹੜੀ ਤੁਸੀਂ ਪ੍ਰੋਡਕਸ਼ਨ ਕਰਨੀ, ਤੁਸੀਂ ਇੱਕ ਬੈਲੈਂਸ ਕਰ ਨਹੀਂ ਰਹੇ। ਇੱਕ ਪਾਸੇ ਤੁਸੀਂ ਪੈਸਾ ਉੱਤੇ ਨੂੰ ਇਕੱਠਾ ਕਰੀ ਜਾਂਦੇ ਹੋ, ਥੱਲੇ ਲੋਕਾਂ ਨੂੰ ਕਹਿੰਦੇ ਤੁਸੀਂ ਆਹ ਪਾਸੇ ਲੱਗੇ ਰਹੋ। ਪਹਿਲੀ ਗੱਲ। ਦੂਜੀ ਗੱਲ, ਜਿੱਥੇ ਇੱਕ ਬੰਦੇ ਨੂੰ ਗਊ ਨੂੰ ਪਾਲਣ ਦਾ ਅਧਿਕਾਰ ਹੈ, ਦੂਜੇ ਬੰਦੇ ਨੂੰ ਇਹ ਵੀ ਅਧਿਕਾਰ ਹੈ ਕਿ ਉਹਦੀ ਸੇਫਟੀ। ਜੇ ਕਿਸੇ ਦਾ ਕੁੱਤਾ ਮੈਨੂੰ ਵੱਢੇ, ਮੈਂ ਤਾਂ ਮੁਕੱਦਮਾ ਕਰ ਸਕਦਾ। ਇਹ ਕਹਿੰਦਾ ਕਿਸਾਨ ਨੂੰ ਸਜ਼ਾ ਦੇ ਦਿਓ ਜੀ, ਕਿਸਾਨ ਤਾਂ ਪਹਿਲੇ ਮਰਿਆ ਪਿਆ, ਕਿਸਾਨ ਦੇ ਕੋਲੇ ਤਾਂ ਰੋਟੀ ਨਹੀਂ ਹੈ। ਤੁਸੀਂ ਗੱਲ ਨੂੰ ਸਮਝੇ ਨਹੀਂ, ਸਜ਼ਾ ਨਹੀਂ ਕਿਹਾ ਮੈਂ ਸਿਰਫ ਉਹਦੀ ਜਨਗਣਨਾ ਵਾਸਤੇ ਕਿਹਾ। ਮੈਂ ਤੁਹਾਡੀ ਗੱਲ ਨਹੀਂ ਕਿ ਉਹਦਾ ਸੈਂਸਿਸ ਹੋ ਜਾਏਗਾ। ਤੁਸੀਂ ਪਹਿਲਾਂ ਵੀ ਇਹ ਗੱਲ ਨੂੰ ਬੋਲਿਆ ਜੀ, ਮੇਰੇ ਸਾਹਿਬ ਨੇ ਗੱਲ ਕਹਿਤੀ, ਤੁਸੀਂ ਜ਼ਿਆਦਾ ਮੇਰੀ ਗੱਲ ਸਮਝੇ ਨਹੀਂ। ਮੈਂ ਕਿਹਾ ਜੇ ਸੈਂਸਿਸ ਹੋਏਗਾ ਤਾਂ ਇਹਦਾ ਪਤਾ ਲੱਗੇਗਾ ਕਿ ਇਹ ਕਿਹਦੀ ਹੈ। ਮੈਂ ਜਿਹੜੀ ਇਹ ਗੱਲ ਹੈ ਨਾ, ਇਹ ਬੜਾ ਤਰੀਕਾ ਹੁੰਦਾ ਹੈ, ਅਸੀਂ ਵੀ ਜਾਣਦੇ ਹਾਂ। ਜਦੋਂ ਉਹਦੀ ਪਤਾ ਲੱਗੂਗਾ ਉਹਨੂੰ ਸਜ਼ਾ ਦੇਣਗੇ। ਗੱਲ ਤਾਂ ਇੱਥੇ ਹੈ ਜਿੱਥੇ ਹੋਣੀ ਆ, ਪਤਾ ਲੱਗੀ ਜਾਵੇ। ਪਤਾ ਲੱਗਣ ਦੀ ਕੋਈ ਲੋੜ ਹੀ ਨਹੀਂ, ਗਊਆਂ ਹੈਗੀਆਂ ਨੇ, ਉਹਨਾਂ ਨੂੰ ਫੜ ਕੇ ਤੁਸੀਂ ਕਰੋ ਪ੍ਰਬੰਧ ਉਹਨਾਂ ਦਾ। ਇਹ ਨਹੀਂ ਹੈ ਵੀ ਉਹ ਜਦ ਪਤਾ ਲੱਗੂ ਉਹਨੂੰ ਫੜ ਲੈਣਗੇ। ਪਾਣੀ ਤਾਂ ਨੀਵੇਂ ਸਾਹ ਨੂੰ ਚੱਲਦਾ। ਮੈਂ ਕਹਿੰਦਾ ਸਰਕਾਰ ਕਾਨੂੰਨ ਇਹ ਬਣਾ ਦੇਵੇ ਕਿ ਜਿਹਦੀ ਫੰਡਰ ਹੋਵੇ ਉਹ ਗਊਸ਼ਾਲਾ ਛੱਡ ਜਾਏ। ਇਹੀ ਮੈਂ ਉਹ ਸੜਕ ਤੇ ਕਿਉਂ ਛੱਡਦਾ ਹੈ? ਤੁਸੀਂ ਮੇਰੀ ਬਜ਼ੁਰਗੋ ਮੇਰੀ ਗੱਲ ਇੱਕ ਸੁਣ ਲਓ। ਮੇਰੀ ਗੱਲ ਕਹਿਣ ਦਾ ਮਤਲਬ ਹੈ ਕਿ ਜਿਹੜਾ ਬੰਦਾ ਮੰਨ ਲਿਆ ਉਹਨੂੰ ਪ੍ਰੋਫਿਟੇਬਲ ਨਹੀਂ ਹੈ, ਉਹ ਗਊਸ਼ਾਲਾ ਛੱਡ ਜਾਏ ਆਗੇ। ਗਊਸ਼ਾਲਾ ਉਹ ਸੜਕ ਤੇ ਕਿਉਂ ਕਿਸੇ ਨੂੰ ਕਿਉਂ ਛੱਡਦਾ ਹੈ? ਗਰਗ ਸਾਹਿਬ ਗੱਲ ਖਤਮ ਕਰ ਲੈਂਦਾ ਮੈਂ, ਇੱਕ ਮਿੰਟ। ਹਾਂਜੀ ਹਾਂਜੀ ਗਰਗ ਸਾਹਿਬ, ਮੈਂ ਵੀ ਜੀ ਡੋਂਟ ਡੂ ਇਟ। ਤੁਸੀਂ ਸਿਆਣੇ ਬੰਦੇ ਹੋ, ਐਦਾਂ ਨਹੀਂ ਟੋਕੀਦਾ। ਦੂਜੀ ਗੱਲ ਇਹਨਾਂ ਨੇ ਕਿਹਾ ਹਰਿਆਣੇ 'ਚ ਕੁਰੂਕਸ਼ੇਤਰ 'ਚ ਕੀ ਹੋਇਆ ਸੀ ਗਊਆਂ ਦਾ, ਉਹ ਗਊਸ਼ਾਲਾ 'ਚ ਕੀ ਹੋਇਆ ਸੀ, ਸਾਰੇ ਪਾਣੀ 'ਚ ਡੁੱਬ ਕੇ ਮਰ ਗਿਆ। ਜੇ ਇਹੋ ਜਿਹੀ ਗੱਲ ਵੀ ਨਹੀਂ ਜੀ ਹਰਿਆਣੇ 'ਚ ਆਏ ਹੋ ਗਿਆ, ਅਸੀਂ ਤੱਥ ਨੂੰ ਲੁਕੋ ਕੇ ਗੱਲ ਕਰਾਂਗੇ। ਸੈਂਕੜੇ ਗਊਆਂ ਮਰੀਆਂ, ਉਹਦੇ 'ਚ ਕੋਈ ਬੋਲੇ ਨਹੀਂ। ਔਰ ਕੁਰੂਕਸ਼ੇਤਰ ਦੇ ਵਿੱਚ ਹੈ ਕਿੰਨੀਆਂ ਗਊਸ਼ਾਲਾ ਨੇ ਹਰਿਆਣੇ ਦੇ ਵਿੱਚ। ਇਹ ਕਹਿਣਾ ਵੀ ਉੱਥੇ ਆਏ ਹੋ ਗਿਆ ਜੀ, ਇੱਥੇ ਆਏ ਹੋ ਗਿਆ, ਇਹ ਮੈਂ ਕਹਾਂਗਾ ਬਿਨਾਂ ਤੱਥ ਦੇ, ਬਿਨਾਂ ਸਾਇੰਟੀਫਿਕ ਗੱਲ ਦੇ ਅਸੀਂ ਕੁਝ ਵੀ ਕਹਿ ਦਿੰਦੇ ਆ ਵੀ ਆਹ ਚੀਜ਼ ਨਾਲ। ਗਊਮੂਤਰ ਦੀ ਗੱਲ ਕਰਤੀ ਇਹਨਾਂ ਨੇ। ਇੱਦਾਂ ਇੱਕ ਕਮੇਟੀ ਬਣੀ ਸੀ, ਆ ਜਿਹੜੀ ਹੁਣ ਵਾਲੀ ਸਰਕਾਰ ਹੈ ਇਹਨੇ ਬਣਾਈ ਸੀ ਵੀ ਕਿਸਾਨ ਸੁਈਸਾਈਡ ਕਿਉਂ ਕਰਦੇ। ਉਹ ਕਹਿੰਦੇ ਜੇ ਮੱਖੀਆਂ ਦੇ ਨਾ ਖੋਖੇ ਰੱਖ ਲਓ, ਉਹ 'ਚ ਸੁੰਘਣ ਨਾਲ 500 ਰੁਪਏ ਮਿਲ ਜੂ। ਇਹ ਜਿਹਾ ਇਹਨਾਂ ਦਾ 500 ਰੁਪਏ ਗੋਬਰ ਵਾਲਾ ਹੈਗਾ, ਇਹ ਪਿਸ਼ਾਬ ਵਾਲਾ ਹੈਗਾ। ਜੇ ਗਊਮੂਤਰ ਨਾਲ ਇੰਨਾ ਕੁਛ ਹੀ ਹੁੰਦਾ ਹੈ, ਇਹ ਖੋਲ ਲੈਣ ਆਪਦੀ ਗਊਸ਼ਾਲਾ ਖੋਲ ਲੈਣ, ਉਤੋਂ 500 ਰੁਪਇਆ ਗੋਬਰ ਦਾ, 500 ਰੁਪਇਆ ਮੂਤਰ ਦਾ ਕਮਾਈ ਜਾਣ। ਕਿਸਾਨ ਦੇ ਉੱਤੇ ਕਿਉਂ ਕਹਿੰਦੇ ਵੀ ਉਹ ਕਰੇ? ਇਹ ਕਹਿਣਾ ਬੜਾ ਸੌਖਾ ਹੈ। ਸੋ ਇਸ ਕਰਕੇ ਅੱਜ ਲੋੜ ਹੈ ਜਿਹੜੇ ਕਹਿੰਦੇ ਨੇ ਕਿ ਗਊ ਦੇ ਉੱਤੇ ਐਂ ਕਾਨੂੰਨ ਬਣੇ, ਐਂ ਕਾਨੂੰਨ ਬਣੇ, ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੀ ਜਾਵੇ। ਕਿਉਂਕਿ ਮੇਰੀ ਆਸਥਾ, ਇਹ ਤਾਂ ਡਰਦੇ ਨੇ ਕਹਿੰਦੇ ਨੇ, ਮੈਂ ਕਹਿੰਦਾ ਮੇਰੀ ਕੋਈ ਆਸਥਾ ਨਹੀਂ ਕਿਸੇ ਵੀ ਚੀਜ਼ 'ਚ। ਮੇਰੀ ਇਨਸਾਨੀਅਤ ਦੇ ਵਿੱਚ ਆਸਥਾ ਹੈ ਵੀ ਜੇ ਇਨਸਾਨ ਮਰਦਾ ਹੈ ਤਾਂ ਮੈਨੂੰ ਜ਼ਿਆਦਾ ਦੁੱਖ ਹੁੰਦਾ ਹੈ। ਬੈਕਟੀਰੀਆ ਨੂੰ ਤੁਸੀਂ ਮਾਰ ਰਹੇ ਹੋ, ਭੇਡਾਂ ਨੂੰ ਤੁਸੀਂ ਮਾਰ ਰਹੇ ਹੋ, ਬੱਕਰੀਆਂ ਨੂੰ ਤੁਸੀਂ ਮਾਰ ਰਹੇ ਹੋ, ਕੁੱਤੇ ਤੁਸੀਂ ਮਾਰ ਨਹੀਂ ਰਹੇ। ਕੁੱਤਾ ਬੰਦੇ ਨੂੰ ਵੱਢੀ ਜਾਂਦਾ ਹੈ। ਬਾਂਦਰ ਹਾਂ, ਕਿੰਨੇ ਕੇਸ ਬਾਂਦਰ ਕਿੰਨੇ। ਜਿਹਦੀ ਜਿਹੜੇ 'ਚ ਆਸਥਾ ਹੈ ਉਹ ਉਸ ਦੀ ਪਾਲਣਾ ਕਰੇ, ਉਹ ਉਸ ਦੀ ਸੰਭਾਲ ਕਰੇ,
ਤੇ ਜਿਹੜਾ ਉਹਨੂੰ ਜਾਣ ਕੇ ਖਰਾਬ ਕਰਦਾ ਉਹਨੂੰ ਸਜ਼ਾ ਦਿੱਤੀ ਜਾਵੇ। ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ। ਹਾਂਜੀ ਮਹਾਜਨ ਸਾਹਿਬ, ਇਹ ਮੰਨਦੇ ਹੋ ਕਿ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ? ਪਹਿਲੀ ਗੱਲ ਕਹਿਣਾ ਚਾਹੁੰਦਾ ਵੀ ਜ਼ਿੰਮੇਵਾਰੀ ਸਰਕਾਰ ਦੀ ਫਿਕਸ ਹੋਣੀ ਚਾਹੀਦੀ ਹੈ। ਅੱਜ ਦੀ ਡੇਟ ਦੇ ਵਿੱਚ ਪਹਿਲੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਵੀ ਗਊ ਚਰਾਂਦ ਭੂਮੀ ਹੁੰਦੀ ਸੀਗੀ, ਜਿਸ ਦੇ ਵਿੱਚ ਗਊਆਂ ਨੂੰ ਚਰਨ ਲਈ ਛੱਡਿਆ ਜਾਂਦਾ ਸੀ, ਉਹਨਾਂ ਦੇ ਵਿੱਚ ਗਊਸ਼ਾਲਾ ਬੰਦੀਆਂ ਸੀ, ਉਹਨਾਂ ਸ਼ੈੱਡਾਂ ਦੇ ਵਿੱਚ ਉਹਨਾਂ ਦੀ ਰਹਿਣ ਸਹਿਣ ਦੀ ਸਾਰੀ ਵਿਵਸਥਾ ਹੁੰਦੀ ਸੀ। ਅੱਜ ਪੋਲੀਟੀਕਲ ਪਾਰਟੀਆਂ ਨੇ, ਜਿਹੜੀ ਭੂ ਮਾਫੀਆ ਨੇ, ਉਹਨਾਂ ਨੇ ਕੀ ਕੀਤਾ ਹੋਇਆ ਵੀ ਜਿੰਨੀ ਐਗਰੀਕਲਚਰ ਦੀ ਇਹ ਗਊ ਚਰਾਂਦ ਭੂਮੀ ਸੀ ਉਹਨਾਂ ਦੇ ਕਬਜ਼ੇ ਕੀਤੇ ਹੋਏ ਨੇ। ਪੰਜਾਬ ਦੇ ਵਿੱਚ 272 ਕੇਸ ਸਿਰਫ ਜਿਹੜੀ ਗਊ ਚਰਾਂਦ ਹੈ ਭੂਮੀ ਲਈ ਰਜਿਸਟਰਡ ਨੇ। ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹ ਗਊਆਂ ਦੀ ਇਹਨਾਂ ਨੇ ਰੱਖ ਲਈ। ਗਊਆਂ ਸੜਕਾਂ ਤੇ ਤਾਂ ਆਪੇ ਹੀ ਆਣੀ ਹੈ ਜਦ ਤੱਕ ਇਹ ਸਰਕਾਰਾਂ ਫੈਸਲਾ ਨਹੀਂ ਕਰਦੀਆਂ ਵੀ ਜਿਹੜੀ ਇਹ ਜ਼ਮੀਨ ਹੈ ਇਹ ਛਡਾ ਕੇ ਗਊਸ਼ਾਲਾ ਨੂੰ ਹੈਂਡਓਵਰ ਕੀਤੇ। ਗਊਸ਼ਾਲਾ ਦੀ ਗੱਲ ਕਰ ਲਈ ਇਹਨਾਂ ਨੇ, ਇਹ 45 ਦੀ ਗਊਸ਼ਾਲਾ ਰਨ ਕਰਦੇ ਨੇ। ਓਵਰ ਕਰਾਊਡਡ ਗਊਸ਼ਾਲਾ ਨੇ ਪੰਜਾਬ ਦੇ ਵਿੱਚ, ਸਾਰੀਆਂ ਹੀ ਹੈ, ਸਾਰੀਆਂ ਪੰਜਾਬ ਦੇ ਵਿੱਚ ਓਵਰ ਕਰਾਊਡਡ ਗਊਸ਼ਾਲਾ ਨੇ। ਤੁਸੀਂ ਗਊ ਸੜਕ ਤੋਂ ਚੱਕ ਲਓ, ਲੈ ਕੇ ਕਿੱਥੇ ਜਾਓਗੇ? ਜਦੋਂ ਗਊਸ਼ਾਲਾ ਲੈ ਕੇ ਜਾਂਦੇ ਵੀ ਇਹਨੇ ਦੁੱਧ ਦੇਣਾ ਬੰਦ ਕਰ ਦੋ, ਕਹਿੰਦੇ ਸਾਡੇ ਕੋਲ ਪਹਿਲਾਂ ਰੱਖਣ ਲਈ ਥਾਂ ਨਹੀਂ, ਆਪਾਂ ਹੋਰ ਕਿੱਥੇ ਗਊ ਰੱਖ ਲਈਏ। ਤਾਂ ਮੈਂ ਚਾਹੁੰਦਾ ਵੀ ਸਰਕਾਰ ਜਿਹੜੀ ਉਦਾਹਰਨ ਚਾਵਲਾ ਸਾਹਿਬ ਨੇ ਦਿੱਤੀ ਸੀਗੀ, ਫਿਰ ਉਹ ਉਦਾਹਰਨ ਫਿੱਟ ਨਹੀਂ ਬੈਠਦੀ ਜੇ ਅਸੀਂ ਕਿਧਰੇ ਦੂਜੇ ਪਾਸੇ ਲੈ ਕੇ ਜਾਂਦੇ ਆ। ਨਹੀਂ, ਬਿਲਕੁਲ ਨਹੀਂ। ਤੁਸੀਂ ਗਊਆਂ ਦੀ ਗਊ ਚਰਾਂਦ ਭੂਮੀ ਨੂੰ ਮੁਕਤ ਕਰਾਓ। ਜਿਹੜਾ ਮੇਨ ਕਾਰਨ ਹੈ, ਜਿਹੜੀ ਸੈਂਕੜਾ ਜ਼ਮੀਨ, ਏਕੜ ਜ਼ਮੀਨ ਜਿਹੜੀ ਹੈ ਭੂ ਮਾਫੀਆ ਦੇ ਕਬਜ਼ੇ ਦੇ ਵਿੱਚ ਹੈ, ਉਹ ਜ਼ਮੀਨ ਨੂੰ ਮੁਕਤ ਕਰਾਇਆ ਜਾਏ। 25 ਏਕੜ ਜਿਹੜੀ ਜ਼ਮੀਨ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਦਿੱਤੀ ਗਈ ਹੈ। ਅੱਜ ਉਸ ਦੀ ਸਥਿਤੀ ਕੀ ਹੈ? ਲਾਲੜੂ ਦੇ ਕੋਲ ਤੁਸੀਂ ਜਾ ਕੇ ਦੇਖ ਲਓ, 25 ਏਕੜ ਜ਼ਮੀਨ ਦਿੱਤੀ ਹੋਈ ਹੈ, ਸਿਰਫ 250 ਗਊਆਂ ਦਾ ਸ਼ੈੱਡ ਬਣਿਆ ਹੋਇਆ, ਜਦ ਕਿ ਉਸ ਦੀ ਕੈਪੈਸਿਟੀ 5000 ਗਊਆਂ ਦੀ ਹੈ। ਹਰ ਇੱਕ ਡਿਸਟ੍ਰਿਕਟ ਦੇ ਵਿੱਚ 5000 ਦੇ ਨਾਲ ਤੁਸੀਂ ਗੁਣਾ ਕਰ ਲਓ, 1 ਲੱਖ ਗਾਂ ਜਿਹੜੀ ਸੜਕ ਤੇ ਘੁੰਮ ਰਹੀ ਹੈ। ਮੁਹਿੰਮ ਚਲਾ ਕੇ ਯੁੱਧ ਪੱਧਰ ਤੇ ਸਾਰੀ ਗਾਂ ਸੜਕਾਂ ਤੋਂ ਚੱਕ ਕੇ ਪੰਜਾਬ ਦੀ ਗਊਸ਼ਾਲਾ 'ਚ ਪਹੁੰਚਾਈ ਜਾ ਸਕਦੀ ਹੈ। ਪਰ ਸਰਕਾਰ ਦੀ ਮਨਸ਼ਾ ਨਹੀਂ ਹੈ। ਸਰਕਾਰ ਨਾ ਗਊ ਸੈਸ ਦਾ ਪੈਸਾ ਲਾਣਾ ਚਾਹੁੰਦੀ ਹੈ, ਨਾ ਇਸ ਕੰਮ ਨੂੰ ਤਵੱਜੋ ਦਿੰਦੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਜਿਹੜਾ ਗਊ ਸੇਵਾ ਕਮਿਸ਼ਨ ਬਣਾਇਆ ਉਹਨੂੰ ਬਿਲਕੁਲ ਜ਼ੀਰੋ ਕਰਦਾ ਜਿਹੜੀ ਇਸ ਚੀਜ਼ ਨੂੰ ਉਹ ਮੋਨੀਟਰ ਕਰ ਰਹੇ ਸੀ। ਪਸ਼ੂ ਪਾਲਣ ਵਿਭਾਗ ਦੇ ਮੰਤਰੀ ਨੂੰ ਜਾ ਕੇ ਪੁੱਛ ਲਓ, ਉਹ ਕਹਿੰਦਾ ਜੀ ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ, ਗਊ ਸੈਸ ਦਾ ਕਿੰਨਾ ਪੈਸਾ ਇਕੱਠਾ ਹੋਇਆ, ਕੀ ਉਸ ਦਾ ਯੂਟਿਲਾਈਜ਼ ਕਰਨਾ ਹੈ। ਡੀਸੀ ਐਜ਼ ਦਾ ਨੋਡਲ ਆਫੀਸਰ ਬਣਨਾ ਸੀ, 11 ਮੈਂਬਰੀ ਕਮੇਟੀ ਬਣਨੀ ਸੀ, ਉਹ ਸਾਰੀ ਸਕੀਮ ਜਿਹੜੀ ਹੈ ਠੰਡੇ ਬਸਤੇ ਦੇ ਵਿੱਚ ਪਾਤੀ। ਇਹ ਇੱਕ ਦਿਨ ਦੇ ਵਿੱਚ ਸੜਕਾਂ ਤੇ ਗਊਆਂ ਨਹੀਂ ਆਈਆਂ। ਇਹ 1970 ਦੇ ਦਸ਼ਕ ਤੋਂ ਮੁਹਿੰਮ ਚੱਲੀ, 20-25 ਸਾਲ 'ਚ ਗਊਆਂ ਆਈਆਂ ਸੜਕ ਦੇ ਉੱਤੇ। ਪਿਛਲੀ ਡਿਬੇਟ ਦੇ ਵਿੱਚ ਮੈਂ ਅੰਕੜੇ ਤੱਕ ਦੱਸੇ ਸੀਗੇ, ਜਨਵਰੀ ਤੋਂ ਲੈ ਕੇ ਜੁਲਾਈ ਤੱਕ 29 ਕਰੋੜ ਰੁਪਈਆ ਇਕੱਠਾ ਹੋਇਆ ਸੀ ਗਊ ਸੈਸ ਦਾ। 29 ਕਰੋੜ ਰੁਪਈਆ ਤੁਸੀਂ ਹਿਸਾਬ ਲਾਓ। 29 ਕਰੋੜ ਦਾ ਜੇ ਤੁਸੀਂ ਅੱਧ ਵੀ ਖਰਚਿਆ ਹੋਵੇ ਤਾਂ ਸ਼ਾਇਦ ਇਹ ਸਮੱਸਿਆ ਕਾਫੀ ਹੱਦ ਤੱਕ ਬਹੁਤ ਹੱਦ ਤੱਕ ਹੱਲ ਹੋਣੀ। ਠੀਕ ਹੈ ਇਕਬਾਲ ਸਿੰਘ ਜੀ, ਦੂਜਾ ਮੈਂ ਇੱਕ ਜਵਾਬ ਦੇਣਾ ਚਾਹੁੰਦਾ ਪਲੀਜ਼। ਮੈਂ ਆਂਦਾ ਵਾਪਸ ਤੁਹਾਡੇ ਕੋਲ, ਇਕਬਾਲ ਸਿੰਘ ਜੀ ਤੋਂ ਜਵਾਬ ਲੈ ਲਾਂ ਮੈਂ। ਇਕਬਾਲ ਸਿੰਘ ਜੀ, ਜਿਹੜੀ ਗੱਲ ਅਸੀਂ ਗਊ ਸੈਸ ਦੀ ਤੁਸੀਂ ਵੀ ਕੀਤੀ ਕਿ ਬੜੀਆਂ ਸਾਰੀਆਂ ਐਸੀਆਂ ਥਾਵਾਂ ਨੇ ਜਿੱਥੇ ਗਊ ਸੈਸ ਲਿਆ ਜਾਂਦਾ ਹੈ, ਘੱਟੋ ਘੱਟ ਇੰਨੀ ਕੁ ਸਫਾਈ ਤਾਂ ਹੋਣੀ ਚਾਹੀਦੀ ਹੈ, ਐਡਾ ਕੁ ਵਾਈਟ ਪੇਪਰ ਤਾਂ ਪਤਾ ਹੋਣਾ ਚਾਹੀਦਾ ਕਿ ਜਿਹੜਾ ਟੈਕਸ ਤੁਸੀਂ ਸਾਡੇ ਤੋਂ ਲੈ ਰਹੇ ਹੋ ਘੱਟੋ ਘੱਟ ਖਰਚ ਕਿੱਥੇ ਰਹੇ ਹੋ। ਜਦੋਂ ਅਸੀਂ ਨਗਰ ਨਿਗਮਾਂ ਦੀ, ਨਗਰ ਪਾਲਿਕਾ ਦੀ ਹਾਲਤ ਦੇਖਦੇ ਹਾਂ, ਉਹ ਕਹਿੰਦੇ ਕਿ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਹੈਗਾ। ਜਿਹੜਾ ਫਿਰ ਇਹ ਪੈਸਾ ਇਕੱਠਾ ਹੋ ਰਿਹਾ ਜਾ ਕਿੱਥੇ ਰਿਹਾ? ਵੱਡਾ ਸਵਾਲ ਤਾਂ ਇਹ ਖੜਾ ਹੁੰਦਾ। ਤੁਸੀਂ ਗਊ ਸੈਸ ਖਰਚ ਰਹੇ ਹੋ ਜਿੱਥੇ, ਉਹੀ ਉਹ ਘੱਟੋ ਘੱਟ ਦੱਸ ਦਿਓ ਵੀ ਅਸੀਂ ਇੱਥੇ ਖਰਚ ਕਰ ਰਹੇ। ਬਿਲਕੁਲ ਹਰਪ੍ਰੀਤ ਜੀ, ਦੇਖੋ ਹੁਣ ਹਰੇਕ ਪ੍ਰਾਈਵੇਟ ਕੰਪਨੀ ਹੈ, ਹਰ ਕੁਆਟਰ ਬਾਅਦ ਆਪਣੀ ਉਹ ਦੱਸਦੀ ਬੈਲੈਂਸ ਸ਼ੀਟ ਵੀ ਅਸੀਂ ਕਿੱਥੇ ਕੀ ਕਰ ਰਹੇ ਹਾਂ। ਤੁਸੀਂ 10 ਰੁਪਏ ਦਾ ਸ਼ੇਅਰ ਖਰੀਦ ਲਓ, ਤੁਹਾਡੇ ਕੋਲ ਈਮੇਲ ਤੇ ਤੁਹਾਡੀ ਸਟੇਟਮੈਂਟ ਆ ਜਾਂਦੀ ਹੈ। ਸਰਕਾਰਾਂ ਨੂੰ ਅਸੀਂ ਟੈਕਸ ਦਿੰਦੇ ਹਾਂ, ਕੀ ਸਾਡਾ ਕੋਈ ਹੱਕ ਨਹੀਂ ਬਣਦਾ ਵੀ ਸਾਡੇ ਟੈਕਸ ਦਾ ਪੈਸਾ ਉਹ ਕਿੱਥੇ ਖਰਚ ਕਰ ਰਹੀਆਂ ਹਰ ਕੁਆਟਰ ਬਾਅਦ ਸਾਨੂੰ ਦੱਸਿਆ ਜਾਵੇ? ਪਰ ਨਹੀਂ, ਇਹ ਚੀਜ਼ ਪ੍ਰਾਈਵੇਟ ਕੰਪਨੀਆਂ ਤੇ ਤਾਂ ਲਾਗੂ ਹੈ, ਤਾਂ ਸਰਕਾਰ ਤੇ ਕਿਉਂ ਨਹੀਂ ਲਾਗੂ ਹੋ ਸਕਦੀ? ਹੁਣ ਮੈਂ ਤੁਹਾਨੂੰ ਦੱਸ ਦਿੰਦਾ, ਇਹ ਜਿਹੜੇ ਹੁਣ ਆਪਣੇ ਮਸਲੇ ਆਂਗੇ, ਹੁਣ ਇਹਨਾਂ ਨੇ ਵੀ ਕਹਿਤਾ ਜੀ ਗਊ ਚਰਾਂ ਜਗ੍ਹਾ ਕਬਜ਼ੇ 'ਚ ਕਰ ਲਈ, ਇੱਦਾਂ ਫੋਰੈਸਟ ਲੈਂਡ ਵੀ ਹੈਗੀ ਸਾਡੀ, ਉਹ ਵੀ ਤਾਂ ਨੇਤਿਆਂ ਨੇ ਆਕੂਪੇਟ ਕਰ ਲਈ। ਨਹੀਂ ਤਾਂ ਅਸੀਂ ਜੰਗਲਾਂ ਬੀੜਾਂ 'ਚ ਛੱਡ ਦਿੰਦੇ ਇਹਨਾਂ ਨੂੰ, ਉੱਥੇ ਵੀ ਉਹਨਾਂ ਭੁੱਖੇ ਮਰ ਰਹੇ, ਉਹਨਾਂ ਨੂੰ ਖਾਣ ਨੂੰ ਹੈ ਨਹੀਂ ਵਿਚਾਰਿਆਂ ਨੂੰ। ਸ਼ੇਰ ਸਾਡੇ ਆ ਜਾਂਦੇ, ਚੀਤੇ ਆਪਣੇ ਸ਼ਹਿਰਾਂ 'ਚ ਆ ਜਾਂਦੇ, ਉੱਥੇ ਖਾਣ ਨੂੰ ਕੁਝ ਨਹੀਂ ਹੈ ਬਚਿਆ ਉਹਨਾਂ ਕੋਲ। ਇਸ ਕਰਕੇ ਬੈਲੈਂਸ ਤਾਂ ਕੁਦਰਤ ਨੇ ਬਹੁਤ ਵਧੀਆ ਕੀਤਾ ਹੋਇਆ ਸੀ। ਜੇ ਜੰਗਲਾਂ 'ਚ ਹੀ ਛੱਡ ਦਿਓ ਇਹਨੂੰ, ਕਿੰਨੇ ਬੀੜ ਸਾਡੇ ਫੋਰੈਸਟ ਸਾਰੇ ਮਤਲਬ ਪੋਲੀਟੀਸ਼ੀਅਨਾਂ ਨੇ ਦੱਬ ਲਏ। ਇਹ ਚੀਜ਼ ਤਾਂ ਬਹੁਤ ਵੱਡੇ ਸਕੇਲ ਤੇ ਕਰਨ ਦੇ, ਪਰ ਸਮੱਸਿਆ ਤਾਂ ਜਿਹੜੀ ਅੱਜ ਹੈਗੀ ਇਹਦਾ ਆਪਾਂ ਕਿਵੇਂ ਹੱਲ ਕੱਢਣਾ, ਗੱਲ ਤਾਂ ਉਹਦੇ ਪਰ ਹੋਣੀ ਚਾਹੀਦੀ ਹੈ। ਪਿੱਛੇ ਜੋ ਗਲਤੀਆਂ ਹੋਈਆਂ ਉਹ ਤਾਂ ਬਹੁਤ ਵੱਡੀਆਂ ਗਲਤੀਆਂ ਹੋਈਆਂ, ਉਹਦੇ ਤੋਂ ਉਹ ਆਪਾਂ ਇੱਕ ਦਿਨ 'ਚ ਨਹੀਂ ਉਹਨੂੰ ਠੀਕ ਕਰ ਸਕਦੇ। ਪਰ ਜਿਹੜੀ ਅੱਜ ਲੋਕ ਮਰ ਰਹੇ ਆ ਉਹਦੇ ਪਰ ਡਿਸਕਸ਼ਨ ਹੋਵੇ ਵੀ ਅੱਜ ਇਹਦੀ ਸਮੱਸਿਆ ਦਾ ਹੱਲ ਅੱਜ ਕਿਵੇਂ ਹੋਵੇ। ਹੁਣ ਇਹ ਜਿਵੇਂ ਗਊ ਰਕਸ਼ਾ ਦਾ ਲੈਂਗੇ, ਇਹਨਾਂ ਦੀ ਵੀ ਪਹਿਲਾਂ ਤਾਂ ਚਿੱਪ ਇਹਨਾਂ ਦੇ ਵੀ ਲੱਗਣੀ ਚਾਹੀਦੀ ਵੀ ਕਿਹੜੇ ਅਸਲੀ ਹੈ ਕਿਹੜੇ ਨਕਲੀ ਹੈਗੇ। ਮੈਂ ਤਾਂ ਇਹੀ ਗੱਲ ਕਹੂੰਗਾ, ਜੜਾ ਖੜਾ ਡਾਂਗ ਲੈ ਕੇ ਚੜ ਕੇ ਉੱਥੇ ਟਰੱਕ ਘੇਰ ਕੇ ਖੜ ਜਾਂਦਾ, ਸਰਕਾਰ ਇਹਦੇ ਪਰ ਬਿੱਲ ਆਵੇ ਵੀ ਕੌਣ ਅਸਲੀ ਹੈ ਕੌਣ ਨਕਲੀ ਹੈਗਾ। ਉਹਨਾਂ ਨੂੰ ਅਥਾਰਟੀ ਹੋਵੇ ਜਿਹੜੇ ਮਤਲਬ ਇਹਨੂੰ ਸਾਂਭਦੇ ਆ, ਉਹੀ ਰੋਕ ਸਕਣ। ਹੈ ਕਿ ਜੇ ਟਰੱਕਾਂ ਦੇ ਵਿੱਚ ਗਈਆਂ ਲੱਦਤੀਆਂ ਤੇ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਕਿਧਰੇ ਵੱਢਣ ਕੱਟਣ ਲਈ ਲੈ ਕੇ ਜਾ ਰਹੀਆਂ। ਜਿਵੇਂ ਚਾਵਲਾ ਸਾਹਿਬ ਨੇ ਉਦਾਹਰਨ ਦਿੱਤੀ ਸੀ ਕਿ ਬੜੀ ਜਗ੍ਹਾ, ਬੜੀ ਥਾਵਾਂ ਅਜਿਹੀਆਂ ਹੁੰਦੀਆਂ ਨੇ ਜਿੱਥੇ ਰੱਖੀਆਂ ਵੀ ਜਾ ਸਕਦੀਆਂ ਨੇ, ਪਰ ਇੱਕੋ ਇੱਕ ਇਹ ਬਣ ਰਿਹਾ ਕਿ ਇਹ ਸਲਾਟਰ ਹਾਊਸ ਜਾ ਰਹੀ ਹੈ, ਇਸ ਲਈ
ਮਾਰ ਕੁੱਟ ਕਰੋ, ਇਹ ਵੀ ਕਿੱਥੇ ਤੱਕ ਜਾਇਜ਼ ਹੈਗਾ? ਇਸੇ ਕਰਕੇ ਮੈਂ ਪਹਿਲਾ ਸਵਾਲ ਕੀਤਾ ਸੀ, ਲੋਕ ਆਪਣੇ ਤੌਰ ਤੇ ਹਿਆ ਹੀ ਨਹੀਂ ਕਰ ਪਾਉਂਦੇ ਕਿ ਅਸੀਂ ਵੀ ਕੁਝ ਕਰ ਪਾਈਏ, ਕਿਉਂਕਿ ਡਰਦੇ ਬਹੁਤ ਨੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਸਾਹਿਬ ਜੀ, ਗੱਲ ਹੈ ਧਾਰਨੀ ਸਾਹਿਬ, ਹੁਣ ਮਸਲੇ ਦਾ ਹੱਲ ਕਿਵੇਂ ਹੋਵੇ? ਇਹਨਾਂ ਦੀ ਗੱਲ ਦੇ ਵਿੱਚ ਵੀ ਵਜਨ ਲੱਗਦਾ ਮਹਾਜਨ ਸਾਹਿਬ ਦੀ ਵੀ, ਕਿ ਜਿਹੜੀਆਂ ਗਊ ਚਰਾਉਣ ਦੀਆਂ ਥਾਵਾਂ ਨੇ, ਗਊਆਂ ਰੱਖਣ ਦੀ ਗਊਸ਼ਾਲਾਵਾਂ ਲਈ ਜਗ੍ਹਾ ਨਹੀਂ ਹੈਗੀ, ਓਵਰ ਕਰਾਊਡਡ ਨੇ, ਕਿਤੇ ਨਾ ਕਿਤੇ ਤੇ ਇਹਨਾਂ ਨੂੰ ਲੈ ਕੇ ਜਾਣਾ ਹੀ ਪਊਗਾ। ਜੇ ਸਰਕਾਰ ਜਾਂ ਪ੍ਰਸ਼ਾਸਨ ਕੋ ਕੋਸ਼ਿਸ਼ ਕਰੇ ਵੀ ਤਾਂ ਕਰੇਗੀ ਕੀ ਫਿਰ? ਦੇਖੋ ਹਰਪ੍ਰੀਤ ਜੀ, ਇਹਨਾਂ ਦੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਸਰਕਾਰ ਦੀ ਜ਼ਿੰਮੇਵਾਰੀ ਦੀ ਗੱਲ ਦੱਸਦਾ ਕਿ ਆਪਾਂ ਜਿੰਨੇ ਇੱਥੇ ਪੈਨਲਿਸਟ ਬੈਠੇ ਹੈਗੇ ਆ, ਸਾਰੇ ਨਗਰ ਪਾਲਿਕਾ ਦੀ ਗੱਲ ਕਰ ਰਹੇ ਹੈਗੇ ਆ, ਔਰ ਅਸੀਂ ਜਿਹੜਾ ਹੈਗਾ ਪਸ਼ੂ ਪਾਲਣ ਵਿਭਾਗ ਨੂੰ ਬਿਲਕੁਲ ਬਾਹਰ ਕੱਢੀ ਬੈਠੇ ਹੈਗੇ। ਹਾਲੇ ਤੱਕ ਮੇਰਾ ਖਿਆਲ ਹੈ ਵੀ ਮੈਨੂੰ ਨਹੀਂ ਇਹ ਪਤਾ ਲੱਗਿਆ, ਤੇ ਲੋਕਾਂ ਤੱਕ ਕਿਵੇਂ ਪਤਾ ਲੱਗੂਗਾ ਕਿ ਜਿਹੜਾ ਪੈਸਾ ਕਲੈਕਟ ਹੋ ਰਿਹਾ ਉਹ ਕਿਹੜਾ ਡਿਪਾਰਟਮੈਂਟ ਕਰ ਰਿਹਾ, ਕਿਹਨੂੰ ਉਹ ਕਿਹਦੇ ਰਾਹੀਂ ਉਹ ਲੱਗ ਰਿਹਾ ਹੈਗਾ। ਪਸ਼ੂ ਪਾਲਣ ਵਿਭਾਗ ਦੀ ਵਿੱਚ ਬਿਲਕੁਲ ਹੀ ਇੰਟਰਫੀਰੈਂਸ ਹੈ ਹੀ ਨਹੀਂ ਇਸ ਕੰਮ ਦੇ ਵਿੱਚ। ਜਿਹੜੀ ਗੱਲ ਹੁਣ ਨਗਰ ਪਾਲਿਕਾ ਦੀ ਗੱਲ ਕਰਦੇ ਆ, ਮਿਊਨਿਸਪਲ ਆਪਣਾ ਪੰਚਾਇਤਾਂ ਵੀ ਹੈਗੀਆਂ, ਪੰਚਾਇਤ ਸਮਤੀਆਂ ਵੀ ਹੈਗੀਆਂ, ਉਹਨਾਂ ਦੀ ਵੀ ਜ਼ਿੰਮੇਵਾਰੀ ਹੋਣੀ ਚਾਹੀਦੀ। ਨੋਡਲ ਅਫਸਰ ਜਿਹੜਾ ਹੈਗਾ ਡੀਸੀ ਨੂੰ ਬਣਾਤਾ, ਉਹਦੇ ਨਾਲ ਪਸ਼ੂ ਪਾਲਣ ਵਿਭਾਗ ਦਾ ਜਿਹੜਾ ਮੰਤਰੀ ਹੈਗਾ ਉਹਨੂੰ ਵੀ ਬਣਾਉਣਾ ਚਾਹੀਦਾ। ਦੂਜੀ ਗੱਲ, ਮੈਂ ਮਹਾਜਨ ਸਾਹਿਬ ਨੂੰ ਇੱਕ ਕੁਐਸਚਨ ਕੀਤਾ ਸੀ ਕਿ ਮਹਾਜਨ ਸਾਹਿਬ ਸਾਨੂੰ ਇਹ ਦੱਸ ਦਿੱਤਾ ਜਾਵੇ ਕਿ ਧਾਰਮਿਕ ਗਊ ਸਾਡੇ ਲਈ ਕਿਹੜੀ ਹੈਗੀ ਆ, ਔਰ ਜਿਹੜਾ ਜਾਨਵਰ ਹੈਗਾ ਉਹ ਕਿਹੜਾ ਹੈਗਾ। ਜੇ ਇਹ ਗੱਲ ਕਲੀਅਰ ਹੋ ਜੂਗੀ ਤਾਂ ਬਹੁਤ ਸਾਰੀ ਸਮੱਸਿਆ ਦਾ ਹੱਲ ਹੋ ਜੂਗੀ। ਮੈਨੂੰ ਲੱਗਦਾ ਹੈ ਕਿ ਦੇਸੀ ਗਾਂ ਤਾਂ ਅਸੀਂ ਲੋਕਾਂ ਨੇ ਖਤਮ ਕਰਤੀ, ਔਰ ਉਸ ਦੀ ਕਿਸੇ ਨੇ ਆਵਾਜ਼ ਨਹੀਂ ਅੱਜ ਤੱਕ ਉਠਾਈ ਹੈਗੀ ਕਿ ਦੇਸੀ ਗਊ ਹੈ ਕਿੱਥੇ ਹੈ। ਦੇਸੀ ਗਊ ਦਿਖਾ ਦਿਓ ਮੈਨੂੰ ਕਿੱਥੇ ਹੈਗੀ ਆ, ਕਿਤੇ ਨਾ ਕਿਤੇ ਮਾੜੀਆਂ ਮੋਟੀਆਂ ਉਹ ਫਿਰਦੀਆਂ। ਔਰ ਦੇਸੀ ਗਾਂ ਜਿਹੜੀ ਹੁੰਦੀ ਸੀ, ਮੈਂ ਉਸ ਟਾਈਮ ਤੋਂ ਸਾਰਾ ਕੁਝ ਦੇਖ ਰਿਹਾ, 2 ਤੋਂ 2.5 ਕਿਲੋ ਉਹਦੇ ਥੱਲੇ ਦੁੱਧ ਹੁੰਦਾ ਸੀ। ਇਹਨਾਂ ਸਮੱਸਿਆਵਾਂ ਨੂੰ, ਔਰ ਹੁਣ ਗਊ ਚਰਾਉਣ ਦੀ, ਮੈਂ ਹੁਣ ਗਊ ਚਰਾਉਣ ਦੀ ਗੱਲ ਕਰਦਾ। ਦੇਖੋ ਅੱਜ ਸਾਡਾ ਹਿੰਦੁਸਤਾਨ ਦਾ ਇੱਕ ਜਿਹੜਾ ਹੈਗਾ ਸੀ ਯਾਨ, ਉਹ ਚੰਦਰਮਾ ਤੇ ਪਹੁੰਚਣ ਜਾ ਰਿਹਾ। ਅਸੀਂ ਗਊਆਂ ਚਰਾਉਣ ਦੀ ਗੱਲ ਕਰ ਰਹੇ ਹੈਗੇ। ਅਸੀਂ ਵਧੀਆ ਤਰੀਕੇ ਨਾਲ ਪ੍ਰੈਕਟੀਕਲ ਹੋ ਕੇ ਵੱਡੀਆਂ ਜਿਹੜੀਆਂ ਹੈਗੀਆਂ, ਸਾਨੂੰ ਪਤਾ ਹੋਣਾ ਚਾਹੀਦਾ ਵੀ ਆਹ ਸਾਡੇ ਦੁਧਾਰੂ ਪਸ਼ੂ ਹੈਗੇ ਆ, ਆਹ ਸਾਡੇ ਜਿਹੜੇ ਹੈਗੇ ਮੀਟ ਵਾਲੇ ਪਸ਼ੂ ਹੈਗੇ ਆ, ਆਹ ਸਾਡੇ ਇਸ ਪਰਪਸ ਲਈ। ਇਸ ਕੱਲੀਆਂ ਗਾਵਾਂ ਦੀ ਗੱਲ ਛੱਡ ਦੋ, ਮੈਂ ਕਹਿੰਦਾ ਮੈਂ ਸਰਕਾਰ ਦੇ ਉੱਤੇ ਕੁਐਸਚਨ ਕਰ ਰਿਹਾ ਹੈਗਾ। ਬਾਂਦਰਾਂ ਦੀ ਸਮੱਸਿਆ ਇਹ ਹੈਗੀ ਆ ਕਿ ਕੱਲੇ ਨੂੰ ਬਾਂਦਰ ਕੱਟ ਰਹੇ ਆ ਲੋਕ, ਉਹ ਕਰ ਰਹੇ। ਤੁਸੀਂ ਹਸਪਤਾਲਾਂ ਦੇ ਵਿੱਚ ਚਲੇ ਜਾਓ, ਉਹ ਅਨਪੜ੍ਹ ਜਿਹੜੇ ਪੀਐਨ ਹੈਗੇ ਆ ਉੱਥੇ ਬੈਠੇ, ਉਹ ਕਹਿੰਦੇ ਕੁੱਤੇ ਦੇ ਵੱਡੇ ਵੇ ਆ ਜਾਓ ਬਈ। ਦੱਸੋ ਸ਼ਰਮ ਦੀ ਗੱਲ ਆ, ਅਸੀਂ ਕਿਹੜੀ ਥਾਂ ਤੇ ਬੈਠੇ ਹੈਗੇ ਆ, ਕੀ ਕਰ ਰਹੇ ਆ? ਚਲੋ ਆ ਗਈ, ਮੈਂ ਸਮਝ ਗਿਆ ਤੁਹਾਡੀ ਬਿਲਕੁਲ। ਥੋੜੀ ਇੱਕ ਗੱਲ ਜ਼ਰੂਰ ਐਡ ਕਰਨਾ ਚਾਹਾਂਗਾ, ਕਿਉਂਕਿ ਅਸੀਂ ਤੁਹਾਡੇ ਪਹਿਲੇ ਜਿਹੜੀ ਓਪਨਿੰਗ ਰਿਮਾਰਕ ਸੀਗੇ ਕਿ ਇਹਦੀ ਸਮੱਸਿਆ ਦਾ ਹੱਲ ਕੀ ਹੈ। ਜਿਹੜੀਆਂ ਪ੍ਰੈਕਟੀਕਲ ਫੇਸ ਗੱਲਾਂ ਸਾਹਮਣੇ ਆਉਂਦੀਆਂ, ਇਹ ਗੱਲਾਂ ਲੰਬੀਆਂ ਚੌੜੀਆਂ ਜਿਹੜੀਆਂ ਆਪਾਂ ਕਰ ਰਹੇ ਹਾਂ ਕਿ ਜੀ ਆਹ ਹੋ ਜਾਏਗਾ ਤਾਂ ਉਹ ਹੋ ਜਾਏਗਾ। ਸਵਾਲ ਹੈ ਕਿ ਅੱਜ ਬੰਦੇ ਦੀ ਮੌਤ ਨੂੰ ਕਿਵੇਂ ਬਚਾਉਣਾ ਹੈ ਤੇ ਇਹਦਾ ਹੱਲ ਕੀ ਹੈ। ਸਰਕਾਰ ਦੀ ਜੋ ਮੌਜੂਦਾ ਸਰਕਾਰ ਹੈ ਉਹਦੀ ਬਿਲਕੁਲ ਨੀਤੀ ਸਾਫ਼ ਹੈ ਕਿ ਉਹ ਗਊ ਰਕਸ਼ਕਾਂ ਨੂੰ ਪੂਰਾ ਸ਼ੈਲਟਰ ਦੇ ਰਹੀ ਹੈ, ਔਰ ਜਿਹੜੀ ਚੀਜ਼ ਅਸੀਂ ਦਿਮਾਗ 'ਚ ਹੈਗੀ ਉਹ ਨਹੀਂ ਹੋ ਸਕਦੀ ਹੁਣ ਹਿੰਦੁਸਤਾਨ 'ਚ ਕਿ ਅਸੀਂ ਇਹਨਾਂ ਨੂੰ ਦੂਜੇ ਪਾਸੇ ਸੋਚੀਏ ਕਿ ਇਹਨਾਂ ਨੂੰ ਸਲਾਟਰ ਹਾਊਸ ਭੇਜ ਦਿਆਂਗੇ, ਇਹ ਕਰ ਦਿਆਂਗੇ। ਕਮ ਸੇ ਕਮ ਪ੍ਰੈਜ਼ੈਂਟ ਗਵਰਨਮੈਂਟ ਤੋਂ ਨਹੀਂ ਆਪਾਂ ਇਹ ਗੱਲ ਸੋਚ ਸਕਦੇ। ਮੈਂ ਜਦੋਂ ਪਰ ਤੁਸੀਂ ਚਾਹੁੰਦੇ ਹੋ, ਮੈਂ ਸੁਣੋ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇਹ ਹੱਲ ਤੁਹਾਨੂੰ ਮੈਂ ਤਰੀਕਾ ਦਾ, ਮੈਂ ਉਹ ਤਾਂ ਇੱਕ ਨੇਚਰ ਦਾ ਪ੍ਰੋਸੈਸ ਹੈ, ਇਹਨੂੰ ਸਾਨੂੰ ਕਿੰਨਾ ਕੁ ਲਿਮਿਟ 'ਚ ਬੈਲੈਂਸ ਰੱਖ ਕੇ ਚੱਲਣਾ ਪੈਂਦਾ ਹਰ ਚੀਜ਼ ਨੂੰ। ਮੈਂ ਜਦੋਂ ਤੁਹਾਨੂੰ ਪਹਿਲਾਂ ਦੱਸਿਆ ਕਿ ਚੰਡੀਗੜ੍ਹ 'ਚ ਜਦੋਂ ਮੈਂ ਸਰਵੇ ਕਰਾਇਆ, ਉਸ ਟਾਈਮ ਸਾਡੇ ਕੋਲ ਕੋਈ ਆਇਆ ਸੀ ਕਿ 1500-1600 ਗਾਂ ਜਿਹੜੀ ਹੈ ਸੜਕਾਂ ਤੇ ਘੁੰਮ ਰਹੀ ਹੈ। ਮੈਨੂੰ ਸਾਡੇ ਚੰਡੀਗੜ੍ਹ ਕੋਈ ਸੈਸ ਨਹੀਂ ਹੈਗਾ, ਹੁਣ ਪ੍ਰਪੋਜ਼ ਕੀਤਾ ਉਹਨਾਂ ਨੇ ਲਾਉਣਾ, ਹਾਲੇ ਤੱਕ ਨਹੀਂ ਹੈ। ਅਸੀਂ ਸੋਚਿਆ ਵੀ ਹੁਣ ਅਸੀਂ ਪੈਸਾ ਕਿੱਥੋਂ ਇਕੱਠਾ ਕਰੀਏ, ਸਾਡੇ ਕੋਲ ਕੋਈ ਟੈਕਸ ਨਹੀਂ ਲਗਾਉਣਾ ਚਾਹੁੰਦਾ, ਕੋਈ ਮੇਅਰ ਨਹੀਂ ਚਾਹੁੰਦਾ। ਮੈਂ ਤੁਹਾਨੂੰ ਹੈਰਾਨ ਹੋ ਜਾਓਗੇ, ਮੈਂ ਚੰਡੀਗੜ੍ਹ ਦੇ ਵਿੱਚ ਕੈਲਕੂਲੇਟ ਕੀਤੇ ਕਿ ਮੰਦਿਰ ਕਿੰਨੇ ਹੈ। 150 ਮੰਦਿਰ ਹੈ ਚੰਡੀਗੜ੍ਹ ਦੇ ਵਿੱਚ। ਮੈਂ ਉਹਨਾਂ ਨੂੰ ਜਾ ਕੇ ਉਹਨਾਂ ਦੇ ਪ੍ਰਧਾਨਾਂ ਦੀ ਮੀਟਿੰਗ ਬੁਲਾ ਕੇ ਮੈਂ ਕਿਹਾ ਭਾਈ ਸਾਹਿਬ, ਗਊ ਨੂੰ ਜੇ ਆਪਾਂ ਮਾਤਾ ਮੰਨਦੇ ਆ ਤਾਂ ਤੁਸੀਂ ਇੱਕ ਕੰਮ ਕਰ ਲਓ, 1500 ਗਾਂ ਹੈਗੀ, ਤੁਸੀਂ 10-10 ਗਾਂ ਜਿਹੜੀਆਂ ਅਡਾਪਟ ਕਰ ਲਓ, ਆਪਣੀ ਗੋਦ ਲੈ ਲਓ, ਬਰੀਵ ਕਰੋ। ਇੱਕ ਬੰਦੇ ਨੇ ਹਾਂ ਨਹੀਂ ਕੀਤੀ। ਜੇ ਅੱਜ ਵੀ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਵੀ ਅੱਜ ਜੇ ਧਾਰਮਿਕ ਉੱਥੇ ਪੈਸਾ ਕਿਸ ਗੱਲ ਲਈ ਚੜਾਉਂਦੇ ਆ ਅਸੀਂ? ਬਿਲਕੁਲ ਚੈਰਿਟੀ ਵਾਸਤੇ। ਜੇ ਤੁਸੀਂ ਅੱਜ ਵੀ, ਮੈਂ ਸਮਝਦਾ ਮੰਦਿਰਾਂ ਵਾਲੇ ਪ੍ਰਧਾਨ ਕਮ ਸੇ ਕਮ ਅੱਗੇ ਆ ਜਾਣ। ਦੁਰਗਿਆਣਾ ਮੰਦਿਰ ਹੈ ਅੰਮ੍ਰਿਤਸਰ ਦੇ ਵਿੱਚ, ਇੰਨਾ ਚੜਾਵਾ ਹੈ, ਜੇ ਪੂਰਾ ਅੰਮ੍ਰਿਤਸਰ ਉਹ ਸੰਭਾਲ ਲੈਣ ਤਾਂ ਖਰਚਾ ਕਰ ਸਕਦੇ ਆ। ਮੈਂ ਗਰੰਟੀ ਲੈਣਾ ਚੰਡੀਗੜ੍ਹ ਦੀ, ਇੱਕ ਸਾਈਂ ਮੰਦਿਰ ਹੈ ਚੰਡੀਗੜ੍ਹ 29 ਸੈਕਟਰ ਦਾ, ਉਹਨੇ ਸਾਡੀ ਗਊਸ਼ਾਲਾ ਲਈ ਅੱਜ 3000 ਗਾਂ ਸੰਭਾਲ ਕੇ ਬੈਠਿਆ ਇਕੱਲੇ। ਉਹ ਸਨਾਤਨ ਧਰਮ ਵਾਲਿਆਂ ਨੂੰ ਮੈਂ ਮਿੰਨਤਾਂ ਕਰ ਚੁੱਕਿਆ, ਇੱਕ 45 ਸੈਕਟਰ ਦੀ ਗਊਸ਼ਾਲਾ ਲਈ, ਉਹ ਵੀ ਗੌਰੀ ਸ਼ੰਕਰ ਸੇਵਾ ਦਲ ਵਾਲੇ ਮੁੰਡੇ ਆ, ਯੰਗ ਮੁੰਡੇ, ਉਹ ਕਰਦੇ ਆ, ਚੈਰਿਟੀ ਕਰ ਰਹੇ ਆ। ਅੱਜ ਕਿਉਂ ਨਹੀਂ ਜੇ ਸੰਸਥਾਵਾਂ ਧਰਮ ਦੇ ਠੇਕੇਦਾਰ ਬਣਦੀਆਂ ਤਾਂ ਕਿਉਂ ਨਹੀਂ ਆ ਕੇ, ਜੇ ਤੁਹਾਡੀ ਆਸਥਾ ਹੈਗੀ, ਤੁਸੀਂ ਚੰਡੀਗੜ੍ਹ 'ਚ ਅੱਜ ਗਊ 1000-1200 ਫਿਰ ਘੁੰਮ ਰਹੀ ਹੈ ਦੁਬਾਰਾ, ਠੀਕ ਹੈ। 150 ਮੰਦਿਰ ਨੂੰ 10 ਗਊਆਂ ਦਾ ਕਿੰਨਾ ਹੋਇਆ ਜੀ? 500
ਲਗਾ ਲਓ ਤੁਸੀਂ ਗਾਂ ਦਾ ਰੋਜ਼ ਦਾ 50 ਰੁਪਏ ਲਾ ਲਓ, 15,000 ਰੁਪਏ ਮਹੀਨਾ ਦੇਣਾ ਹੈ, 15 ਲੱਖ ਰੁਪਏ ਮਹੀਨਾ ਇੱਕ ਮੰਦਿਰ ਦੇ ਵਿੱਚ ਚੜਾਵਾ ਆ ਰਿਹਾ ਹੈ, ਤੁਸੀਂ 10 ਗਾਈਆਂ ਨੂੰ ਨਹੀਂ ਸੰਭਾਲ ਸਕਦੇ? ਕਿਉਂ ਠੇਕੇਦਾਰੀ ਕਰਦੇ ਹੋ? ਕਿਉਂ ਤਿਲਕ ਲਗਾ ਕੇ ਅਸੀਂ ਗਊ ਮਾਤਾ ਦੀ ਕਰਦੇ ਹੋ? ਗੱਲ ਇਹ ਹੈ ਕਿ ਜਦੋਂ ਤੁਹਾਡੀ ਆਸਥਾ ਹੈਗੀ ਹੈ ਕਿਸੇ ਚੀਜ਼ ਤੇ, ਫਿਰ ਆਸਥਾ ਨੂੰ ਪੂਰਾ ਵੀ ਕਰੋ ਜਾਂ ਫਿਰ ਜੇ ਨਹੀਂ ਕਰ ਸਕਦੇ, ਜੇ ਕੋਈ ਹੱਲ ਦੂਜੇ ਤਰੀਕੇ ਨਾਲ ਕੀਤਾ ਜਾਂਦਾ ਤਾਂ ਉਹਦੇ ਅਗੇਂਸਟ ਨਾ ਖੜੇ ਹੋਵੋ। ਬਿਲਕੁਲ ਇੱਕ ਪਾਸੇ ਤੁਹਾਨੂੰ ਹੋਣਾ ਹੀ ਪਏਗਾ। ਮੇਰੇ ਕੋਲ ਸਮਾਂ ਘੱਟ ਹੈ, ਜੇ ਤੁਸੀਂ ਮਹਾਜਨ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ। ਦੋ ਗੱਲਾਂ ਦਾ ਆਨਸਰ ਦੇਣਾ ਚਾਹਦਾ ਜਲਦੀ। ਇੱਕ ਤਾਂ ਜਿਹੜੀ ਇਹਨਾਂ ਨੇ ਗੱਲ ਕਹੀ ਹੈ, ਇਹ ਪੈਰਲਲ ਕਰਨ ਵਾਲੇ ਕੰਮ ਹੈ, ਕੱਲਾ ਸਰਕਾਰਾਂ ਦੀ ਜ਼ਿੰਮੇਵਾਰੀ ਫਿਕਸ ਨਹੀਂ ਕਰਨ ਦੀ ਜ਼ਰੂਰਤ, ਸਾਨੂੰ ਆਮ ਪਬਲਿਕ ਨੂੰ ਵੀ ਜਿਹੜਾ ਹੈ ਅੱਗੇ ਵੱਧ ਕੇ ਇਸ ਕੰਮ ਦੇ ਵਿੱਚ ਸਹਿਯੋਗ ਕਰਨਾ ਪਏਗਾ। ਪਰ ਆਮ ਪਬਲਿਕ ਕੀ ਕਰੇਗੀ? ਹੁਣ ਘਰਾਂ 'ਚ ਥੋੜੀ ਬਣ ਸਕਦੀ ਹੈ। ਹੁਣ ਘਰਾਂ ਦੇ ਵਿੱਚ 50 ਗਜ ਦਾ ਘਰ ਹੈ, ਉਹ ਕੀ ਉੱਥੇ ਗਈ ਬੰਨ ਲੇ ਤੇ ਕੀ ਉਹ ਆਪਣਾ ਖਰਚਾ ਪੂਰਾ ਕਰੇ? ਨਹੀਂ ਦੇਖੋ, ਸ਼ਹਿਰਾਂ ਦੇ ਵਿੱਚ ਕਿਹਾ ਹੈ ਕਰਨ ਵਾਲੇ ਜਿਹੜੇ ਕੰਮ ਹੈ, ਗਊ ਉਤਪਾਦ ਜਿਹੜੇ ਪ੍ਰੋਡਕਟਸ ਨੇ ਅੱਜ ਦੀ ਡੇਟ ਦੇ ਵਿੱਚ ਗਊ ਗੋਬਰ ਤੋਂ, ਗਊ ਦੇ ਮੂਤਰ ਤੋਂ, ਜਿਹੜੀ ਗੱਲ ਇਹਨਾਂ ਨੇ ਕਹੀ ਵੀ ਇਹ ਸਾਇੰਟੀਫਿਕ ਨਹੀਂ ਹੈ, ਜਦ ਕਿ ਫੋਰਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅਪਰੂਵਡ ਹੋ ਚੁੱਕੀਆਂ ਹੈ। ਫੋਰਨ ਦੀ ਜਿਹੜੀਆਂ ਫੋਰੈਂਸਿਕ ਲੈਬਸ ਨੇ, ਵੱਡੀ ਸਮਝਦੇ ਤੁਸੀਂ ਕਿਹੜੇ ਫੋਰਨ ਤੁਸੀਂ ਗੱਲ ਕਰਦੇ ਹੋ? ਮੇਰੀ ਨਿਊਜ਼ੀਲੈਂਡ ਦੀ ਗੱਲ ਕਰ ਰਿਹਾ, ਜੇ ਨਿਊਜ਼ੀਲੈਂਡ ਦੀ ਗੱਲ ਕਰ ਲੈਂਦਾ ਮੈਂ, ਨਿਊਜ਼ੀਲੈਂਡ ਦੇ ਵਿੱਚ ਤੁਸੀਂ ਸ਼ੁਰੂ ਕਰ ਲਓ। ਇੱਥੇ ਤੁਸੀਂ ਗੱਲ ਕਰੋ, ਅਸੀਂ ਕਰ ਰਹੇ ਹਾਂ, ਨਹੀਂ ਫੋਰਨ ਦੇ ਵਿੱਚ ਆਲਰੇਡੀ ਕਰ ਰਹੇ ਹਾਂ, ਫੋਰਨ ਦੇ ਵਿੱਚ ਸਾਰੇ ਫੋਰਨ ਚ ਸਲਾਟਰਿੰਗ ਨਹੀਂ ਹੈ, ਫੋਰਨ ਵਾਲੇ ਸਾਡੀਆਂ ਇੰਡੀਅਨ ਕਾਊਜ਼ ਨੂੰ ਇੰਪੋਰਟ ਕਰਕੇ ਬਾਹਰ ਲੈ ਕੇ ਜਾ ਰਹੇ ਨੇ, ਉਹ ਤੇ ਲੋਕ ਕਰ ਰਹੇ ਨੇ, ਮਰਦੇ ਰਹਿਣ। ਨਹੀਂ ਜਿਹੜੇ ਲੋਕ ਮਰ ਰਹੇ ਨੇ ਉਹਨਾਂ ਲਈ ਵੀ ਤਾਂ ਸਰਕਾਰਾਂ ਜ਼ਿੰਮੇਵਾਰ ਹੈ ਨਾ ਜੀ, ਸਰਕਾਰ ਵੀ ਜ਼ਿੰਮੇਵਾਰ ਹੈ, ਅਸੀਂ ਤੁਸੀਂ ਵੀ ਜ਼ਿੰਮੇਵਾਰ ਹੈ, ਇਹ ਗੱਲਾਂ ਉਹਨਾਂ ਤੇ ਬਲੇਮ ਨਹੀਂ ਕਰ ਸਕਦੇ। ਉਹ ਵੀ ਦੱਸੋ ਬਲੂ ਤੁਸੀਂ ਗੱਲ ਕਰਦੇ ਹੋ ਜਿਹਨੇ ਜੇ 500 ਰੁਪਿਆ ਗਊਆਂ ਤੁਸੀਂ ਜਿਹੜਾ ਕਹਿੰਦੇ ਹੋ ਜਿਵੇਂ ਇਹਨਾਂ ਨੇ ਕਿਹਾ, ਇਹ ਬਿਲਕੁਲ ਠੀਕ ਹੈ। ਮੰਦਰ ਨਹੀਂ, ਮੈਂ ਇਸ ਗੱਲ ਤੋਂ ਬਿਲਕੁਲ ਸਹਿਮਤ ਹਾਂ, ਕਰਨਾ ਹੀ ਚਾਹੀਦਾ ਹੈ, ਇਸ ਗੱਲ ਨੂੰ ਕੋਈ ਡਿਨਾਈ ਨਹੀਂ ਹੈ। ਇਹ ਕੱਲਾ ਮੰਦਰ ਗੁਰਦੁਆਰਿਆਂ ਦੀ ਗੱਲ ਨਹੀਂ ਹੈ, ਇਹ ਸਭ ਨੂੰ ਸਾਨੂੰ ਕੰਟਰੀਬਿਊਟ ਕਰਨਾ ਚਾਹੀਦਾ। ਗੁਰਦੁਆਰੇ ਵੀ ਤਾਂ ਅਸੀਂ ਪੈਸਾ ਦਿੰਦੇ ਆ, ਉਹ ਵੀ ਤਾਂ ਜਿਹਦੀ ਆਸਥਾ ਹੈ ਉਹਦੀ ਹੈ। ਮੰਦਿਰਾਂ ਦੇ ਵਿੱਚ ਜਿਹੜਾ ਚੜਾਵਾ ਹੈ ਉਹ ਗਊ ਦੀ ਆਸਥਾ ਦਾ ਹੈ, ਉਹ ਗਊ ਕਿਉਂ ਨਾ ਸਾਹਮਣੇ ਇੰਨਾ ਚੜਾਵਾ ਲੈ ਕੇ ਪਹਿਲੀ ਗੱਲ ਬਿਲਕੁਲ ਠੀਕ ਹੈ, ਸਾਹਮਣੇ ਹੀ ਚਾਹੀਦਾ ਹੈ, ਇਸ ਦੇ ਵਿੱਚ ਕੋਈ ਡਿਨਾਈ ਨਹੀਂ ਹੈ, ਟੈਕਸ ਲਾ ਰਹੇ ਹੋ, ਕੋਈ ਡਿਨਾਈ ਲੋਕਾਂ ਦੇ ਟੈਕਸ ਉਹ ਲੋਕਾਂ ਦੀ ਸਰਕਾਰ ਟੈਕਸ ਲਗਾ ਰਹੀ ਹੈ, ਸਰਕਾਰ ਟੈਕਸ, ਮੈਂ ਸਰਕਾਰ ਦਾ ਨੁਮਾਇੰਦਾ ਨਹੀਂ ਹੈ, ਮੈਂ ਸਰਕਾਰ ਦਾ ਨੁਮਾਇੰਦਾ ਨਹੀਂ ਹੈ, ਆਪਾਂ ਤਾਂ ਦੋਨੋਂ ਪਾਸੇ ਨੂੰ ਚੱਲਣਾ ਹੈ ਵੀ ਪਬਲਿਕ ਜਿਹੜੀ ਹੈ ਜਿਹੜੀ ਕਾਉਸ ਐਸ ਦੇ ਰਹੀ ਹੈ। ਅੱਛਾ, ਦੂਜੀ ਗੱਲ, ਜੇ ਉਹਦਾ ਗੋਬਰ ਆਪਾਂ ਇਸ ਤੇ ਨਾ ਵੀ ਜਾਈਏ, ਜਿਵੇਂ ਇਹਨਾਂ ਨੇ ਕਿਹਾ ਵੀ ਬਾਕੀ ਨਾ ਜਾਓ, ਇਹ ਹੋਣਾ ਨਹੀਂ, ਮੰਦਰਾਂ ਵਾਲੀ ਗੱਲ ਬਹੁਤ ਵਧੀਆ ਗੱਲ ਹੈ ਇਹ ਵੀ ਮੰਦਰ ਸਾਹਮਣ। ਦੂਜੀ ਗੱਲ ਜੇ ਕਹਿੰਦੇ ਗੋਬਰ ਦਾ 500 ਰੁਪਿਆ ਤੇ ਮੂਤਰ ਦਾ 500, ਫਿਰ ਸਾਂਭ ਲੈਣ। ਮੈਂ ਇਹ ਥੋੜਾ ਕਹਿੰਦਾ ਵੀ ਨਹੀਂ ਹੁੰਦਾ, ਫਿਰ ਸਾਂਭ ਕੇ ਕਰ ਲਓ ਪਹਿਲਾਂ। ਮੇਰੀ ਗੱਲ ਸਮਝੋ, ਜਿਹੜੇ ਬੰਦੇ ਨੇ ਗਾਂ ਰੱਖੀ ਹੈ, ਅਗਰ ਉਸਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਕਿ ਮੈਂ ਕਿੱਦਾਂ ਸਾਂਭਣਾ, ਉਹਨੂੰ ਕੋਈ ਟ੍ਰੇਨਿੰਗ ਨਹੀਂ, ਟ੍ਰੇਨਿੰਗ ਨਹੀਂ, ਸਰਕਾਰਾਂ ਕੋਈ ਟ੍ਰੇਨਿੰਗ ਦੇ, ਉਹਨਾਂ ਨੂੰ ਸਾਂਭਣ ਦਾ ਤਰੀਕਾ ਦੱਸੇ। ਨਹੀਂ ਤੁਸੀਂ ਜੇ ਉਹਨਾਂ ਸਾਹਮਣੇ ਦਾ ਤਰੀਕਾ ਤੁਹਾਡੇ ਨਾਲ ਗੱਲ ਬਣ ਜੇ, ਉਹ ਕਿਉਂ ਛੱਡਣਗੇ ਸਰਕਾਰ? ਲੋਕਾਂ ਨੂੰ ਜਿਹੜੇ ਗਊ ਲੈ ਕੇ ਜਾ ਰਹੇ ਆ, ਤੁਹਾਡੀਆਂ ਨਾ ਸਾਰੇ ਉਹ ਹੈ ਇੱਕ ਮਾਰਨ ਦਾ ਤਰੀਕਾ ਤੁਹਾਨੂੰ ਆਈਡੀਅਲ ਜੇ ਪ੍ਰੋਮੋਸ਼ਨ ਹੈਗੀਆਂ ਸਾਡੀਆਂ, ਕੋਈ ਕੰਸੈਪਟ ਨਹੀਂ ਹੈ। ਜਿਹੜੀ ਜਗ੍ਹਾ ਪ੍ਰੈਕਟੀਕਲੀ ਇਹ ਕੰਮ ਹੋ ਰਹੇ ਨੇ ਆਪਣੇ ਇੰਡੀਆ ਦੇ ਵਿੱਚ। ਠੀਕ ਹੈ ਮਹਾਜਨ ਸਾਹਿਬ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦੇ ਇਸ ਪੂਰੀ ਜਾਣਕਾਰੀ ਦੇ ਲਈ। ਗੱਲ ਸਿਰਫ ਮੁੱਕਦੀ ਹੈ ਆਸਥਾ ਤੇ, ਜ਼ਰੂਰੀ ਨਹੀਂ ਹੈ ਕਿ ਸਾਰੇ ਬੰਦਿਆਂ ਦੀ ਆਸਥਾ ਹੋਵੇ, ਪਰ ਸਭ ਤੋਂ ਵੱਡੀ ਤਰਾਸਦੀ ਹੈ ਜੇ ਤੁਹਾਡੇ 'ਚ ਆਸਥਾ ਨਹੀਂ ਵੀ ਹੈ ਕਿਸੇ ਚੀਜ਼ ਨੂੰ ਲੈ ਕੇ, ਫਿਰ ਵੀ ਟੈਕਸ ਤੁਹਾਨੂੰ ਦੇਣਾ ਹੀ ਪਏਗਾ, ਸੈਸ ਤੁਹਾਨੂੰ ਦੇਣਾ ਹੀ ਪਏਗਾ। ਜਿਸ ਬੰਦੇ ਦੀ ਆਸਥਾ ਹੈਗੀ ਹੈ, ਜੇ ਉਹ ਆਸਥਾ ਨੂੰ ਪੂਰਾ ਕਰਨਾ ਚਾਹੁੰਦਾ ਤਾਂ ਟੈਕਸ ਉਹ ਦੇਵੇ, ਨਹੀਂ ਦੇਣਾ ਚਾਹੁੰਦਾ ਤੇ ਗਈਆਂ ਸੰਭਾਲ ਲਵੇ। ਗੱਲ ਇਹ ਵੀ ਹੈਗੀ ਹੈ, ਪਰ ਸਰਕਾਰਾਂ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੈਗੀ ਹੈ। ਤੁਸੀਂ ਸਾਡੇ ਤੋਂ ਟੈਕਸ ਵੀ ਲਈ ਜਾਂਦੇ ਹੋ ਔਰ ਗਈਆਂ ਤੁਸੀਂ ਸੜਕਾਂ ਤੇ ਛੱਡੀ ਜਾਂਦੇ ਹੋ, ਬੰਦੇ ਮਰਵਾਈ ਜਾਂਦੇ ਹੋ ਤੇ ਟੈਕਸ ਵੀ ਸਾਡੇ ਤੋਂ ਲਈ ਜਾਂਦੇ ਹੋ। ਇਸ ਤੋਂ ਵੱਡੀ ਤਰਾਸਦੀ ਹੋਰ ਕੋਈ ਹੋ ਨਹੀਂ ਸਕਦੀ ਔਰ ਇਹ ਪਿਛਲੇ ਲੰਬੇ ਸਮੇਂ ਤੋਂ ਪ੍ਰੋਸੈਸ ਚੱਲ ਰਿਹਾ। ਕੱਲ ਵੀ ਇੱਕ ਮੌਤ ਹੋਈ ਹੈ ਪਟਿਆਲਾ ਦੇ ਵਿੱਚ, ਉਸ ਤੋਂ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਨੇ। ਪਤਾ ਨਹੀਂ ਸਰਕਾਰ ਕਦੋਂ ਜਾਗੇਗੀ। ਇੰਨਾ ਪ੍ਰੇਮ ਹੈ ਪਸ਼ੂਆਂ ਦੇ ਨਾਲ ਜਾਂ ਇਨਸਾਨਾਂ ਦੇ ਨਾਲ ਨਹੀਂ ਨਫ਼ਰਤ ਹੈ, ਇਹ ਸਮਝ ਨਹੀਂ ਆਉਂਦੀ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।